ਲੋਕ ਸਭਾ ਦੇ ਚੁਣਾਵ ਨੂੰ 1.5 ਸਾਲ ਹੋ ਗਿਆ। ਚੰਡੀਗੜ੍ਹ ਤੋਂ ਸੰਸਦ ਹੈ ਮੈਡਮ ਕਿਰਨ ਖੇਰ, ਉਹਨਾਂ ਦਾ ਕਾਰਜਕਾਲ ਕਿੱਦਾਂ ਰਿਹਾ, ਕੀ ਗੱਲਬਾਤ ਰਹੀ। ਅੱਜ ਕੱਲ੍ਹ ਜਿਹੜਾ ਚੰਡੀਗੜ੍ਹ ਕਾਰਪੋਰੇਸ਼ਨ ਦੇ ਹਾਲਤ ਹੈ ਇੰਨੇ ਜ਼ਿਆਦਾ ਖਰਾਬ ਕੇ ਦੱਸੇ ਜਾ ਰਹੇ ਨੇ ਕਿ ਇੰਪਲਾਈਜ਼ ਨੂੰ ਸੈਲਰੀ ਦੇਣ ਲਈ ਪੈਸੇ ਨਹੀਂ ਹੈ। ਡੰਪਿੰਗ ਗਰਾਊਂਡ ਦਾ ਮੁੱਦਾ ਲਗਾ ਲਓ, ਕਰਮਚਾਰੀ ਸਟ੍ਰਾਈਕ 'ਤੇ ਨੇ, ਕਰਪਸ਼ਨ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। CBI ਲਗਾਤਾਰ ਚੰਡੀਗੜ੍ਹ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਪਿੱਛੇ ਜੇ ਇੱਕ ਚੰਡੀਗੜ੍ਹ ਪੁਲਿਸ ਦੇ ਇੱਕ SHO ਨੂੰ 5 ਲੱਖ ਰੁਪਏ ਲੈਂਦੇ ਹੋਏ, ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਸਾਡੇ ਨਾਲ ਪਵਨ ਕੁਮਾਰ ਬਾਂਸਲ ਜੀ ਹੈ ਜੋ ਕਿ ਚੰਡੀਗੜ੍ਹ ਤੋਂ 4 ਵਾਰ ਸਾਂਸਦ ਰਹੇ ਨੇ, 1 ਵਾਰ ਰਾਜ ਸਭਾ ਦੇ ਮੈਂਬਰ ਰਹੇ ਨੇ, ਪੂਰਵ ਕੇਂਦਰੀ ਮੰਤਰੀ ਹੈ, ਬੜੇ ਸੀਨੀਅਰ ਲੀਡਰ ਹੈ ਕਾਂਗਰਸ ਦੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਚੰਡੀਗੜ੍ਹ ਦੇ ਇਹ ਹਾਲਾਤ ਅੱਜ ਇਹ ਕਿਉਂ ਬਣੇ ਨੇ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਜਿਹੜੀ ਚੰਡੀਗੜ੍ਹ ਦੀ ਮੌਜੂਦਾ ਸਾਂਸਦ ਹੈ ਕਿਰਨ ਖੇਰ, ਉਹਨਾਂ ਦੇ ਕਾਰਜਕਾਲ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ। ਪਿਛਲਾ 5 ਸਾਲ ਦਾ ਉਹਨਾਂ ਦਾ ਕਾਰਜਕਾਲ ਰਿਹਾ ਅਤੇ ਹੁਣ 1.5 ਸਾਲ ਦੂਜੀ ਵਾਰ ਜਦੋਂ ਸਾਂਸਦ ਬਣਿਆ ਉਹ ਵੀ ਬਤੀਤ ਹੋ ਗਿਆ, ਵੀ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ। ਇਹ ਸਾਰੇ ਕੁਐਸਚਨ ਜਿਹੜੇ ਆ ਅਸੀਂ ਬਾਂਸਲ ਜੀ ਨਾਲ ਕਰਦੇ ਹਾਂ। ਬਾਂਸਲ ਜੀ, ਤੁਸੀਂ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਇਹ ਆ ਵੀ ਮੈਡਮ ਕਿਰਨ ਖੇਰ ਦੇ ਜਿਹੜਾ ਕਾਰਜਕਾਲ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ। ਇਸ 'ਤੇ ਮੈਂ ਬਹੁਤ ਜ਼ਿਕਰ ਅੱਜ ਤੋਂ 1.5 ਸਾਲ ਪਹਿਲਾਂ ਕਰ ਚੁੱਕਿਆ ਸਾਂ। ਉਸ ਤੋਂ ਪਹਿਲੇ 5 ਸਾਲ ਹਰ ਹਾਲਤ ਦੇ ਵਿੱਚ ਫੇਲ ਹੋਏ ਸਨ ਅਤੇ ਉਸ ਦੇ ਬਾਵਜੂਦ ਚੰਡੀਗੜ੍ਹ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਉਹ ਜਿੱਤੇ ਨੇ। ਬੇਸ਼ੱਕ ਕੋਈ ਕੰਮ ਪਿਛਲੇ 5 ਸਾਲਾਂ ਦੇ ਵਿੱਚ ਨਹੀਂ ਸੀ ਹੋਇਆ। ਇਸ ਲਈ ਅੱਜ ਮੈਂ ਅੱਜ ਦੇ ਵਕਤ ਹੀ ਮੈਂ ਵਿੱਚ ਟੋਕ ਰਿਹਾ, ਮੈਂ ਅੱਜ ਦੇ ਵਕਤ 1 ਸਾਲ ਤੋਂ ਬਾਅਦ ਇਸ ਚੀਜ਼ 'ਤੇ ਕੋਈ ਜੱਜਮੈਂਟ ਕਰਨ ਨਹੀਂ ਬੈਠ ਰਿਹਾ ਕਿ ਉਹਨਾਂ ਨੇ ਕੀ ਹੋਇਆ ਕੀ ਨਹੀਂ ਹੋਇਆ। ਮੈਂ ਅੱਜ ਚੰਡੀਗੜ੍ਹ ਦੀ ਕੀ ਹਾਲਾਤ ਹੈ ਉਹਦੇ ਵਾਸਤੇ ਜ਼ਿੰਮੇਵਾਰੀ ਉਹਨਾਂ ਦੀ ਜ਼ਰੂਰ ਬਣ ਜਾਂਦੀ ਹੈ, ਵਿੱਚ ਉਹਦਾ ਜ਼ਿਕਰ ਕਰਾਂਗਾ, ਨਾ ਕਿ ਮੈਂ ਉਹਨਾਂ ਨੇ ਕੀ ਨਹੀਂ ਕੀਤਾ ਕੀ ਨਹੀਂ ਹੋਇਆ। ਮੈਂ ਕੋਈ ਰਾਜਨੀਤਿਕ ਡਿਸਕਸ਼ਨ ਵਾਸਤੇ ਉਸ ਮੌਕੇ 'ਤੇ ਨਹੀਂ ਹਾਂ। ਬੇਸ਼ੱਕ ਹਰ ਵਕਤ ਪੂਰਾ ਰਾਜਨੀਤਿਕ ਹੀ ਇੱਕ ਇਨਸਾਨ ਹਾਂ। ਚੰਡੀਗੜ੍ਹ ਦੇ ਵਿੱਚ ਅੱਜ ਕਾਰਪੋਰੇਸ਼ਨ ਨੂੰ ਜੋ ਇੱਕ ਇਮਦਾਦ ਕੇਂਦਰ ਤੋਂ ਮਿਲਣੀ ਚਾਹੀਦੀ ਸੀ ਉਹ ਮਿਲਣੀ ਚਾਹੀਦੀ ਸੀ। ਉਹਦੇ ਵਿੱਚ MP ਦਾ ਵੀ ਰੋਲ ਬਹੁਤ ਵੱਡਾ ਹੁੰਦਾ ਹੈ। ਵਿੱਤ ਕਮਿਸ਼ਨ ਨੇ ਇਹ ਕਿਹਾ ਹੋਇਆ ਹੈ ਕਿ ਜੋ ਕੇਂਦਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਪੈਸਾ ਦੇਵੇ ਉਹਦਾ 30% ਹਿੱਸਾ ਇੱਕ ਅਲੱਗ ਰੱਖਣਾ ਚਾਹੀਦਾ ਹੈ ਕਾਰਪੋਰੇਸ਼ਨ ਵਾਸਤੇ। ਉਸ ਦੇ ਹਿਸਾਬ ਦੇ ਨਾਲ ਕਾਰਪੋਰੇਸ਼ਨ ਨੇ ਮੇਰਾ ਖਿਆਲ 1073 ਕਰੋੜ ਰੁਪਇਆ ਸ਼ਾਇਦ ਉਮੀਦ ਕੀਤੀ ਸੀ ਕਿ ਉਹਨਾਂ ਨੂੰ ਬਜਟ ਦੇ ਵਿੱਚ ਮਿਲੇਗਾ। ਬਿਲਕੁਲ ਠੀਕ ਹੈ। ਉਹ ਨਹੀਂ ਮਿਲਿਆ। 520 ਕਰੋੜ ਕੁਛ ਤਕਰੀਬਨ ਇੰਨਾ ਪੈਸਾ ਉਹਦੇ ਵਿੱਚ ਬਜਟ ਦੇ ਵਿੱਚ ਪਾਸ ਹੋਇਆ ਜਿਹੜਾ ਕੇਂਦਰ ਸਰਕਾਰ ਨੇ ਦੇਣਾ ਸੀ, ਉਹ ਵੀ ਨਹੀਂ ਦਿੱਤਾ ਜਾ ਰਿਹਾ। ਉਹਦੇ ਵਿੱਚੋਂ ਵੀ ਹੁਣ 20% ਦਾ ਹੋਰ ਕੱਟ ਲਗਾ ਦਿੱਤਾ, ਯਾਨੀ ਕਿ ਸਾਰਾ 420 ਕੁਛ 425 ਸਹੀ ਆંકੜੇ ਨਹੀਂ ਪਤਾ ਮੈਨੂੰ ਇਸ ਵਕਤ ਲਿਖੇ ਹੋਏ ਨੇ, ਉਹ ਉਹਨਾਂ ਇਹਨਾਂ ਨੂੰ ਮਿਲ ਰਿਹਾ ਹੈ। ਉਸ ਦੇ ਕਾਰਨ ਅੱਜ ਹਾਲਾਤ ਕੀ ਹੈ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਵੇਖ ਰਹੇ ਹੋ। ਅੱਜ ਇੱਥੋਂ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ, ਵੱਡੇ ਵੱਡੇ ਖੱਡੇ ਪਏ ਹੋਏ ਨੇ, ਉਹਨਾਂ ਦੇ ਵਿੱਚ ਪਾਣੀ ਖੜ੍ਹ ਜਾਂਦਾ ਹੈ। ਨਾਲੀਆਂ ਦੇ ਵਿੱਚ ਜਿੱਥੇ ਸਾਈਡ 'ਤੇ ਉਹ ਬਰਮ ਸਟੋਨਸ ਲੱਗੇ ਹੁੰਦੇ ਨੇ ਪਾਣੀ ਵਹਿਣ ਵਾਸਤੇ, ਉੱਥੇ ਪਾਣੀ ਖੜ੍ਹਾ ਹੋਇਆ ਹੈ, ਗਲੀਜ਼ ਭਰ ਚੁੱਕੀਆਂ ਨੇ। ਉਹਨਾਂ ਦੇ ਕਾਰਨ ਉੱਥੇ ਬਦਬੂ ਹੋਣੀ ਸ਼ੁਰੂ ਹੋਈ ਹੈ। ਕੂੜਾ ਚੱਕਿਆ ਨਹੀਂ ਜਾ ਰਿਹਾ, ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋ ਰਹੀ। ਕੂੜੇ ਦੇ ਨਾਂ 'ਤੇ ਕਿ ਉਹਦੇ ਵਾਸਤੇ ਲੋਕਾਂ ਨੂੰ ਅਲੱਗ-ਅਲੱਗ ਉਹਨੂੰ ਕਰਨ ਵਾਸਤੇ, ਗਿੱਲਾ ਅਤੇ ਸੁੱਕੇ ਕੂੜੇ ਵਾਸਤੇ 2 ਕਰੋੜ ਰੁਪਏ ਤੋਂ ਉੱਪਰ ਖਰਚ ਕਰ ਦਿੱਤਾ ਸੀ। ਦੇ ਦਿੱਤੀਆਂ ਛੋਟੀਆਂ ਰੱਦੀ ਕਾਗਜ਼ ਦੀਆਂ ਟੋਕਰੀਆਂ, ਨਾ ਕਿ ਕੂੜੇ ਵਾਲੀਆਂ। ਉਹ ਚੀਜ਼ਾਂ 'ਤੇ ਪੈਸਾ ਬਰਬਾਦ ਕਰ ਸਕਦੀ ਹੈ ਕਾਰਪੋਰੇਸ਼ਨ ਆਪਣੇ ਵੱਲੋਂ। ਐਡਮਿਨਿਸਟ੍ਰੇਸ਼ਨ ਕਾਰਪੋਰੇਸ਼ਨ ਦੇ ਵਾਸਤੇ ਕਿਸੇ ਪਾਸੇ ਕੁਝ ਕੰਮ ਨਹੀਂ ਹੋ ਰਿਹਾ। ਇਹ ਕਮੇਟੀ ਇੱਕ ਬਣਾ ਦਿੱਤੀ, ਉਸ 'ਤੇ ਕਹਿ ਦਿੱਤਾ ਕਿ ਦੱਸੋ ਹੋਰ ਆਪਾਂ ਕੀ ਪੈਸਾ ਕਿਵੇਂ ਹਾਸਲ ਕਰ ਸਕਦੇ ਹਾਂ, ਕਿਵੇਂ ਆਪਣੇ ਰਿਸੋਰਸਿਸ ਨੂੰ ਵਧਾ ਸਕਦੇ ਹਾਂ। ਉਹਦੇ ਤੋਂ ਪਹਿਲਾਂ ਬਿਜਲੀ 'ਤੇ ਜਿੰਨੀ ਬਿਜਲੀ ਦੀ ਖਪਤ ਹੈ ਉਹਦੇ ਉੱਪਰ 9 ਪੈਸੇ ਪ੍ਰਤੀ ਯੂਨਿਟ MC ਨੂੰ ਦੇਣਾ ਵਾਸਤੇ ਇੱਕ ਸੈਸ ਲਗਾ ਦਿੱਤਾ। ਜਿਹੜਾ ਪਾਣੀ ਦਾ ਬਿੱਲ ਹੈ ਉਹਦੇ ਉੱਪਰ 30%, ਪਾਣੀ ਦੇ ਪੂਰੇ ਬਿੱਲ 'ਤੇ 30% ਸੀਵਰ ਸੈਸ ਲਗਾ ਦਿੱਤਾ। ਫਿਰ ਕਾਓ ਸੈਸ, ਕਿਹੜੀਆਂ ਇਹਨਾਂ ਨੇ ਗਊਆਂ ਦੇ ਵਾਸਤੇ ਇੱਥੇ ਕੋਈ ਕੰਮ ਕੀਤਾ ਕਿ ਉੱਥੇ ਸੜਕਾਂ 'ਤੇ ਤੁਹਾਨੂੰ ਗਊਆਂ ਨਜ਼ਰ ਨਹੀਂ ਆਉਂਦੀਆਂ। ਕੱਲ੍ਹ ਮੇਰਾ ਪਿਛਲਾ ਲੋਨ ਦੇ ਵਿੱਚ 100 ਗਊ ਚੱਲ ਰਹੀ ਸੀ। ਇਹਨਾਂ ਨੂੰ ਪਤਾ ਨਹੀਂ ਕੌਣ ਕਿੱਥੋਂ ਕੀ ਕਰ ਜਾਂਦਾ, ਕੀ ਹੁੰਦਾ ਹੈ, ਉਹਦੇ ਵਾਸਤੇ ਕੁਛ ਨਹੀਂ। ਫਿਰ ਇਹਨਾਂ ਨੇ ਲਿਕਰ ਦੇ ਉੱਪਰ, ਉਸ ਦੇ ਉੱਪਰ ਵੀ 5% ਸੈਸ ਲਗਾ ਦਿੱਤਾ ਅਤੇ ਹਾਲੇ ਤੱਕ ਪਤਾ ਨਹੀਂ ਕਿ ਉਹ ਲਗਾ ਸਕਦੇ ਆ ਕਿ ਨਹੀਂ ਲਗਾ ਸਕਦੇ। ਕੇਂਦਰ ਨੂੰ ਲਿਖਿਆ ਪਰ ਲਗਾਉਣਾ ਸ਼ੁਰੂ ਕਰ ਦਿੱਤਾ।
इस तरह के हालात ने। हर एक गल ते पैसा बटोरन तो इलावा कोई काम नहीं। अगर जो लोग हाउस टैक्स देंगे ने किस चीज़ वास्ते होंगे, हाउस टैक्स का मंतव की है। हाउस टैक्स अगर लोग पे कर देंगे ने, गल गल ते तुसीं होर लगाओ। बिजली पानी जी लोग खपत करते हैं उसकी कीमत वाजब है, पर हर एक चीज़ से सैस लगा लगा के पैसे इकट्ठे करो। इन्हों हिसाब ही नहीं कि प्रबंधन किमें करना है। कल पहली बार कुछ किया है कि इन्होंने जड़ियाँ कुछ दुकाना ने उन्होंने ऑक्शन करके उन्होंने घट कीमत करके पर उन्होंने किराए पर चढ़ा दी। मेरा ही हमेशा ये मानना रहा है कि वो अगर कीमत तुसीं ज़्यादा तय कर दी तो गलत है, उन्होंने घटाओ, घटा के लोगों को दिओ। 9 सालों तो इस तरह पईयां सी, 3 साल साडे वेले भी, 6 साल हुण उन्होंने इस तरह पे सन। अखीर तो हुण दिता किड्डा नुकसान उहदे विच हो चुकिया है। चंडीगढ़ के कारपोरेशन कोले जमीन अच्छी है, 500 करोड़ जो FD का सी साडे वेले वो ख़त्म कर चुके ने। हुण जमीन जरूरत है कि उहदे विचों भी कुछ उन्होंने जिन्हों कहते हैं कि मोनेटाइज करो। उहदा तुसीं पिछे इधर शिवालिक एनकलेव दे विच उत्थे जमीन पई है, गंद पिया होया पूरा। एक शानदार होटल की जिहड़ी लाइन है सॉलिटेयर होटल, उहदे पिछे सारी जगह साफ सुथरी वधिया बना के उत्थे तुसीं एक अच्छा आलीशान मॉडर्न कमर्शियल अते रेजिडेंशियल कॉम्पलैक्स बना सकते हो। कितनी कमाई उत्थों होएगी। चंडीगढ़ दे विच घੱਟ तो घੱਟ 3 जगह जिहड़ा कि इस वक्त गंद पिया जमीनां छड्डियां पईयां ने, उत्थे सोहणे अच्छे वधिया टोटल पार्किंग अंदर दे वाले मैरिज पैलेसिस बनाए जा सकते हैं। उन्हां तो फंड्स मिल सकता है। तुसीं दुकानां दे वास्ते अच्छी उन्होंने सारिਆਂ ਨੂੰ नियॉन्स लगाउण दी इजाजत दे दिओ। अच्छे तुसीं अपनी एडवरटाइजिंग के जरिए पैसे बनाओ। तुहाडे जिहड़ियां टॉयलेट्स पईयां ने उन्हां दियां सारिਆਂ ਦੀਆਂ जिन्नियां उन्हां ते एडवरटाइजमेंट्स के जरिए पैसे बन सकते सन, वो पैसे नहीं किए जा सकते। बहुत साधन ने जिन्हां तो ये पैसा अपना वाजिब ढंग दे नाल इकट्ठा कर सकते हैं, नहीं कर रहे। एक आसान तरीका भाल लेंदे ने कि लोगों ते एक होर वजन पा दिओ, लोगों के टैक्स ला दिओ। वो मैं समझदा हाँ वड्डी गल है। उहदे विच श्रीमती किरण खेर अते उहदे विच कॉरपोरेशन के सारे इत्थों के काउंसलर्स BJP के इत्थों के अफसर वो सारे जिम्मेदार ने कि उन्होंने इत्थे लोगों को कोई राहत किसी तरह की नहीं दी, लोगों को कोई सेवावां नहीं दित्तियां अते इक्को ही आसान तरीका पा लेंदे ने इन्हां ते टैक्स लगा देवो। उसका असीं विरोध करते रहने हैं। ਬੰਸ ਸਾਹਿਬ ਤੁਸੀਂ ਦੋ ਗੱਲਾਂ ਕੀਤੀਆਂ। ਇੱਕ ਤਾਂ ਜਿਹੜੇ ਲੋਕਾਂ ਦੇ ਉੱਤੇ ਲਗਾਤਾਰ ਬੋਝ ਪਾ ਰਹੇ ਨੇ, ਲਗਾਤਾਰ ਟੈਕਸ ਲਗਾ ਰਹੇ ਨੇ, ਉਹ ਗੱਲ ਬਿਲਕੁਲ ਠੀਕ ਹੈ ਵੀ ਲਗਾਤਾਰ ਲੋਕਾਂ ਦੇ ਉੱਤੇ ਬੋਝ ਪਾ ਰਹੇ ਨੇ, ਟੈਕਸ ਲਗਾ ਰਹੇ ਨੇ। ਔਰ ਇਹ ਵੀ ਗੱਲ ਠੀਕ ਹੈ ਇਸ ਸਮੇਂ ਜਿਹੜੀ ਕਾਰਪੋਰੇਸ਼ਨ ਦੀ ਮਾਲੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ, ਸੈਲਰੀ ਦੇਣ ਤੱਕ ਲਈ ਪੈਸਾ ਹੈ ਨਹੀਂ। ਤੀਜੀ ਤੁਸੀਂ ਗੱਲ ਕੀਤੀ ਵੀ ਸੈਂਟਰ ਤੋਂ ਜਿਹੜਾ ਇਹਨਾਂ ਨੇ ਬਜਟ ਭੇਜਿਆ ਸੀ ਉਹ ਜਿਹੜੀ ਲੋਕੇਸ਼ਨ ਹੋਈ ਉਹ ਬਹੁਤ ਘੱਟ ਹੋਈ। ਉਹ 'ਚ ਮੈਂ ਇਹ ਤੀਜੀ ਗੱਲ 'ਤੇ ਆਉਂਦਾ, ਮੈਂ ਇਸ ਉੱਥੋਂ ਜਾਣਨਾ ਚਾਹੁੰਦਾ ਕਿ ਇੱਕ ਵਾਰੀ ਸੈਂਟਰ ਕੋਲੋਂ ਜਿਹੜਾ ਅਸੀਂ ਭੇਜਿਆ ਲੋਕੇਸ਼ਨ ਲਈ ਬਜਟ ਭੇਜਿਆ ਉਹ ਸਾਨੂੰ ਘੱਟ ਹੋਇਆ ਕਿ ਉਸ ਦੇ ਨਾਲ ਹੀ ਸਾਡੀ ਮਤਲਬ ਕਿ ਇੰਨੀ ਅਸੀਂ ਮਤਲਬ ਸਟਰੋਂਗ ਜਿਹੜੀ ਕਾਰਪੋਰੇਸ਼ਨ ਸੀ ਕਿ ਇੱਕੋ ਵਾਰੀ 'ਚ ਹਿੱਲ ਗਈ ਕਿ ਇੰਪਲਾਈਜ਼ ਲਈ ਪੈਸਾ ਨਹੀਂ ਹੈ। ਅਸੀਂ 500 ਕਰੋੜ ਰੁਪਇਆ ਆਪਣਾ ਜਿਹੜਾ ਸਾਡਾ ਫੰਡ ਸੀਗਾ ਅਸੀਂ ਉਹ ਵੀ ਖਰਚ ਕਰ ਚੁੱਕੇ ਹਾਂ। ਤੁਸੀਂ ਠੀਕ ਕਿਹਾ, ਇੱਕੋ ਵਾਰ 'ਚ ਨਹੀਂ ਹਿੱਲੀ, ਇਹ 6 ਸਾਲਾਂ 'ਚ ਹਿੱਲੀ ਹੈ। ਪਹਿਲੇ ਸਾਲ ਤੋਂ ਜਿਹੜਾ ਕਿ ਮੇਰਾ ਅਖੀਰਲਾ ਸਾਲ ਸੀ ਉਸ ਵਕਤ ਜੋ ਕੇਂਦਰ ਦੇ ਵਿੱਚੋਂ ਪੈਸਾ ਮਿਲਿਆ ਸੀ ਉਹ ਅੱਜ ਵੀ ਨਹੀਂ ਮਿਲ ਰਿਹਾ 6 ਸਾਲਾਂ ਤੋਂ ਬਾਅਦ। ਉਸ ਤੋਂ ਅੱਧਾ ਹੈ ਇਹ। आए साल घटाया है कि ना कि बढ़ाया। 10% तो वैसे ही बढ़ जाना चाहिए है, वो भी नहीं मिलिया बल्कि घटता रहा है। जिमें कि केंद्र ने होर गल्लां च भी किया। मैनू तो बहुत ज़्यादा तो मैनू फाइनेंसिस का इसका नहीं पता भी कित्थों पैसा कित्थे खर्च करते हैं। GST ज़बरदस्ती लगा दी उपर केंद्र ने, उदों उसका कोई इलाज नहीं किया, सोचा समझिया नहीं। उदों कहते सी एड्डा वड्डा फायदा हो जाएगा, हुण कहते जी उस पैसा नहीं मिल रहा। डीमोनेटाइज करके इकोनॉमी नूं 1.5% ते सट मार दी, इकोनॉमी पिछे गिर गई। हुण 2000 के नोट नूं आहिस्ता आहिस्ता बंद करन लगे हुए ने। किस चीज़ का की सोच के किया? अजिहे कदम उठाते हैं जिहदे नाल पिछे पैंदा। कोविड के वास्ते लॉकडाउन कहते सन 21 दिनों के विच लड़ाई जित देंगे, महाभारत के नाल कंपेयर करते सन कि उत्थे 18 दिनों च होया सी, असीं 21 दिनों ते जित देवांगे। लॉकडाउन लगा दिता, उसी वक्त 4 घंटिया के नोटिस से अपनी मनमर्जी के नाल की लोगों को भुगतना पिया है, लोगों की की हालत खराब हुई है अते उस दे नाल सारियां गल्लां दा संबंध उन्हां चीज़ां दे नाल आ जांदा है। अज इत्थे जो इन्हां नूं एक इनकम होनी चाहिए है हर एक चीज़ां तो
ਉਹ ਘਟ ਰਹੀ ਹੈ। ਲੋਕਾਂ ਦੇ ਕੋਲ ਹਾਲਤ ਨਹੀਂ ਹਨ, ਤਾਂ ਹੀ ਤਾਂ ਦੁਕਾਨਾਂ ਦੀ ਕੀਮਤ ਜਿਨ੍ਹਾਂ ਨੇ ਜਿਹੜੀ 50-50 ਹਜ਼ਾਰ ਰੱਖਦੇ ਸਨ ਉਹ 10-10 15-15 ਹਜ਼ਾਰ 'ਤੇ ਦੇਣੀਆਂ ਪੈ ਰਹੀਆਂ ਨੇ। ਇਸ ਤਰ੍ਹਾਂ ਦਾ ਇੱਕ ਮਾਹੌਲ ਸਾਰਾ ਸਾਡੀ ਅਰਥ ਵਿਵਸਥਾ ਵਿਗਾੜੀ ਹੋਈ ਹੈ। ਉਹਨੂੰ ਛੱਡਦੇ ਹੋਏ ਹੈਲਥ ਅਤੇ ਸਿੱਖਿਆ ਦੇ ਉੱਪਰ ਕੇਂਦਰ ਸਰਕਾਰ ਦੀ ਹਮੇਸ਼ਾ ਐਲੋਕੇਸ਼ਨ ਘੱਟ ਹੁੰਦੀ ਰਹੀ ਹੈ। ਉਹਦਾ ਸਿੱਧਾ ਰਿਜ਼ਲਟ ਇਹਨਾਂ ਨੇ ਕਾਰਪੋਰੇਸ਼ਨ 'ਤੇ ਵੀ ਪੈਂਦਾ ਰਿਹਾ। ਇੱਕ ਸਾਲ 'ਚ ਨਹੀਂ ਪਿਆ, ਪਹਿਲੇ ਸਾਲ ਤੋਂ ਸ਼ੁਰੂ ਹੋਇਆ ਹੈ, ਤਾਂ ਹੀ ਆਹਿਸਤਾ ਆਹਿਸਤਾ ਕਰਕੇ ਉੱਥੋਂ ਪੈਸਾ ਘੱਟ ਮਿਲਦਾ ਰਿਹਾ। 500 ਕਰੋੜ ਇੱਥੇ ਪਿਆ ਸੀ, ਉਹਦੇ ਵਿੱਚੋਂ ਖਰਚ ਕਰਦੇ ਰਹੇ। ਹੁਣ ਅਖੀਰ 'ਚ ਗੱਲ 'ਤੇ ਆ ਗਏ ਕਿ ਉਹ ਖਤਮ ਹੋ ਗਿਆ। ਅੱਜ ਦੇ ਦਿਨ ਇਹਨਾਂ ਨੂੰ ਤਨਖਾਹਾਂ ਦੇਣ ਵਾਸਤੇ, ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਹੈ, ਪੈਸੇ ਨਹੀਂ ਹਨ। ਉਹ ਵੀ ਕੱਲ੍ਹ ਖਬਰ ਮੈਂ ਪੜ੍ਹੀ ਕਿ ਲੋਨ ਲੈਣ ਦੀ ਸੋਚ ਰਹੇ ਨੇ। ਲੋਨ ਦੀ ਤੁਹਾਡੀ ਇੱਕ ਜਿਹੜੀ ਕੈਟੇਗਰਾਈਜੇਸ਼ਨ ਹੁੰਦੀ ਹੈ, ਤੁਹਾਡੀ ਰੈਂਕਿੰਗ, ਤੁਹਾਡੀ ਗ੍ਰੇਡਿੰਗ, ਤੁਹਾਡੀ ਗ੍ਰੇਡ ਕੀ ਪਏਗਾ, ਤੁਹਾਨੂੰ ਕਿੱਥੋਂ ਮਿਲ ਜਾਏਗਾ? ਕਾਰਪੋਰੇਸ਼ਨ ਨੂੰ ਲੋਨ ਕੋਈ ਦੇਵੇਗਾ? ਇਹਦੀ ਸ਼ੋਰਿਟੀ ਕੌਣ ਦੇਵੇਗਾ? ਲੋਨ ਦੀ ਸਰਕਾਰ ਕੇਂਦਰ ਦੀ ਦੇਵੇਗੀ? ਇਹ ਲੋਨ ਦਾ ਭੁਗਤਾਨ ਕਰ ਪਾਉਣਗੇ? ਅਗਰ ਹੈ ਹੀ ਨਹੀਂ ਕੁਛ। ਬੌਂਡਸ ਅਸੀਂ ਅਕਸਰ ਕਹਿੰਦੇ ਹਾਂ ਕਿ ਬੌਂਡਸ ਤੁਸੀਂ ਜਾਰੀ ਕਰ ਦਿਓ, ਬੌਂਡ ਦੇ ਨਾਲ ਇਹਨਾਂ ਦਾ ਕਿਹੜੀ ਰੇਟਿੰਗ ਹੋਏਗੀ? ਉਸਦੀ ਕਿਹੜੇ ਬੌਂਡ ਇਹਨਾਂ ਦਾ ਕੋਈ ਖਰੀਦੇ ਜਾਣਗੇ? ਉਹ ਤਾਂ ਹੁੰਦਾ ਅਗਰ ਤੁਹਾਨੂੰ ਅਗਾਂਹ ਨੂੰ ਇੱਕ ਬੜਾ ਰੋਬਸਟ, ਤੁਹਾਡਾ ਇੱਕ ਬੜਾ ਸ਼ਾਨਦਾਰ, ਇੱਕ ਸਸ਼ਕਤ ਤੁਹਾਡਾ ਪਲਾਨ ਹੋਵੇ ਕਿ ਅਸੀਂ ਇਸ ਢੰਗ ਦੇ ਨਾਲ ਅਗਾਂਹ ਨੂੰ ਇੱਕ ਕਮਾਈ ਇਸ ਤਰ੍ਹਾਂ ਕਰ ਸਕਦੇ ਹਾਂ। ਉਹ ਮੈਂ ਨਹੀਂ ਕਹਿੰਦਾ ਕਿ ਕਿਸੇ ਗੱਲ 'ਚ ਨਹੀਂ ਕਰਨੀ ਚਾਹੀਦੀ, ਬਹੁਤ ਤਰੀਕੇ ਨੇ, ਥੋੜ੍ਹੇ ਥੋੜ੍ਹੇ ਕਰਕੇ ਹਰ ਇੱਕ ਪਾਸਿਓਂ ਕੀਤਾ ਜਾ ਸਕਦਾ ਹੈ। ਲੋਕਾਂ 'ਤੇ ਇਹ ਵਜ਼ਨ ਪਾ ਦੇਣਾ ਇਸ ਢੰਗ ਦੇ ਨਾਲ ਉਹ ਨਹੀਂ ਵਾਜਬ। ਬਹੁਤ ਤਰੀਕੇ ਨੇ ਜਿਹਦੇ ਨਾਲ ਐਡਮਿਨਿਸਟ੍ਰੇਸ਼ਨ, ਕਾਰਪੋਰੇਸ਼ਨ ਵੀ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਵੱਖੋ ਵੱਖ ਤਰੀਕਿਆਂ 'ਤੇ ਅਗਰ ਇੱਕ ਐਫੀਸ਼ੀਐਂਟਲੀ ਕੰਮ ਕਰੇ ਉਹਦੇ ਨਾਲ ਇਹ ਬਣਾ ਸਕਦੀ ਹੈ। ਉਹ ਨਹੀਂ ਹੋ ਰਿਹਾ। ਬਸ ਫਿਰ ਉਹੀ ਵੀ ਜਾਂ ਤਾਂ ਕੇਂਦਰ ਦੇਵੇ ਜੋ ਕੇਂਦਰ ਨੂੰ ਦੇਣੇ ਬਣਦੇ ਨੇ। ਅਗਰ ਕੇਂਦਰ ਇਸ ਸਾਲ ਵੀ, ਪਿਛਲੇ 6 ਸਾਲ ਛੱਡ ਦਿਓ, ਇਸ ਸਾਲ ਵੀ ਜਿਹੜਾ 523-24 ਜਿਹੜਾ ਕੀਤਾ ਸੀ ਉਹਨਾਂ ਦੇ ਦਿੰਦੇ, ਉਹਦੇ ਵਿੱਚ ਫਿਰ 20% ਕੱਟ ਲਾ ਦਿੱਤਾ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਕਿ ਇੱਥੇ ਕੀ ਹੋਏਗਾ ਉਹਦੇ ਨਾਲ। ਇੱਥੇ ਦੇ ਵਾਸਤੇ ਉਹੀ 120 ਕਰੋੜ ਬਹੁਤ ਵੱਡਾ ਅਮਾਊਂਟ ਹੋ ਗਿਆ ਜਿਹੜਾ ਕਿ 20% ਹੋਰ ਕੱਟ ਲਗਾ ਦਿੱਤਾ। ਇਸ ਕਾਰਨ ਇਹਦੀ ਸਿੱਧੀ ਜ਼ਿੰਮੇਦਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਹਦੇ ਵਿੱਚ MP ਸਾਹਿਬਾ ਵੀ ਆਉਂਦੇ ਨੇ, ਉਹਦੇ ਵਿੱਚ ਇਹਨਾਂ ਦੇ ਦੂਜੇ ਸਾਰੇ ਲੋਕ ਵੀ ਆਉਂਦੇ ਨੇ। ਬਾਂਸਲ ਸਾਹਿਬ, ਪਿੱਛੇ ਜੇ ਇੱਕ ਰੈਂਕਿੰਗ ਆਈ ਹੈ ਜਿਸ 'ਚ ਥੋੜ੍ਹਾ ਜਿਹਾ ਸੁਧਾਰ ਵੀ ਹੋਇਆ। ਅਸੀਂ 20 ਤੋਂ 16 ਤੇ ਆ ਗਏ ਹਾਂ, ਜਦ ਕਿ ਇਹ ਕਿਹਾ ਜਾ ਰਿਹਾ ਸੀ ਵੀ ਜਿਹੜਾ ਇਹ ਸੁਧਾਰ ਹੈ ਇਹ ਨਾਕਾਫੀ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਸੋ ਹੀ ਨਹੀਂ ਗੱਲ ਹੈ। ਚੰਡੀਗੜ੍ਹ ਦਾ ਸਿਟੀ ਬਿਊਟੀਫੁਲ ਜਿਹਨੇ ਅੱਜ ਤੱਕ ਅਸੀਂ ਮਾਣ ਕਰਦੇ ਰਹੇ ਹਾਂ, ਉਹਦੀ ਹਿੰਦੁਸਤਾਨ ਦੇ ਵਿੱਚ ਗ੍ਰੇਡਿੰਗ ਅਗਰ 20 ਤੋਂ 16ਵੀਂ ਬਣ ਗਈ ਪਿਛਲੇ ਸਾਲ ਨਾਲੋਂ, ਮੇਅਰ ਸਾਹਿਬਾ ਉਸ 'ਤੇ ਬਹੁਤ ਖੁਸ਼ੀਆਂ ਮਨਾ ਰਹੇ ਨੇ ਕਿ ਬਹੁਤ ਚੰਗਾ ਹੋ ਗਿਆ। ਇਹੀ ਇਹਨਾਂ ਦੇ ਮਾਪਦੰਡ ਇਹੀ ਨੇ। ਅਤੇ ਉਹ ਕਿਉਂ ਹੋ ਗਿਆ ਤੁਹਾਨੂੰ ਪਤਾ ਹੈ? ਜੋ ਆંકੜੇ ਇੱਥੋਂ ਦਿੱਤੇ, ਆંકੜੇ ਸ਼ਰਮਨਾਕ ਨੇ, ਝੂਠੇ ਆંકੜੇ ਦਿੱਤੇ। ਇੱਥੇ ਕਿਹਾ 100% ਘਰਾਂ ਦੇ ਵਿੱਚੋਂ ਸੈਗਰੀਗੇਸ਼ਨ ਹੋ ਕੇ ਕਲੈਕਸ਼ਨ ਹੋ ਰਹੀ ਹੈ। ਕਿਸੇ ਇੱਕ ਜਗ੍ਹਾ ਸਿਲੈਕਸ਼ਨ ਹੋ ਰਹੀ ਹੈ, ਡੋਰ ਟੂ ਡੋਰ ਕਲੈਕਸ਼ਨ ਹੋ ਰਿਹਾ ਹੈ। ਉਹ ਇਹਨਾਂ ਦਾ ਕੰਮ ਨਹੀਂ ਕੋਈ ਹੋਰ ਕਰ ਰਹੇ ਨੇ ਵਿਚਾਰੇ, ਜਿਹੜੇ ਘਰੋਂ ਘਰੀ ਜਾ ਕੇ ਕੰਮ ਕਰਨ ਵਾਲੇ ਲੋਕ ਨੇ, ਜਿਹਨਾਂ ਨੂੰ ਇਹ ਹਟਾਉਣਾ ਚਾਹੁੰਦੇ ਸਨ, ਉਹ ਕਰ ਰਹੇ ਨੇ। ਫਿਰ ਇਹਨਾਂ ਨੇ ਕਿਹਾ ਕਿ 90% ਪ੍ਰੋਸੈਸਿੰਗ ਹੋ ਰਹੀ ਹੈ। ਉੱਥੇ ਜਾ ਕੇ ਵੇਖੋ, ਇੱਕ ਦਿਨ ਦੇ ਵਿੱਚ 450 ਟਨ ਕੂੜਾ ਸਾਡਾ ਸ਼ਹਿਰ 'ਚੋਂ ਹੁੰਦਾ ਹੈ। 40 ਟਨ 50 ਟਨ ਨਹੀਂ ਉੱਥੇ ਉਹਦਾ ਪ੍ਰੋਸੈਸਿੰਗ ਹੋ ਪਾ ਰਹੀ। ਪਹਾੜ ਲਗਾਤਾਰ ਵੱਧਦੇ। ਹਾਲਤ ਕੀ ਹੋਈ ਪਈ ਹੈ? ਇਹ ਆંકੜੇ ਜਿਹੜੇ ਇਹਨਾਂ ਨੇ ਉੱਥੇ ਸਪਲਾਈ ਕਰ ਦਿੱਤੇ, ਉਹਨਾਂ ਦੀ ਬਿਨਾਂ 'ਤੇ ਅਸੀਂ 16ਵੇਂ ਨੰਬਰ 'ਤੇ ਹਾਂ। ਜੇ ਕਿਤੇ ਆંકੜੇ ਸਹੀ ਹੁੰਦੇ, ਕਲਪਨਾ ਨਹੀਂ ਕਰ ਸਕਦੇ ਤੁਸੀਂ ਵੀ ਕਿੱਥੇ ਹੁੰਦੇ ਅਸੀਂ। ਮਤਲਬ ਕਿ ਗਲਤ ਜਾਣਕਾਰੀ ਦਿੱਤੀ ਤਾਂ 16 ਤੇ ਆ ਗਿਆ, ਨਹੀਂ ਤਾਂ ਅਸੀਂ 20 ਤੋਂ ਵੀ ਨੀਚੇ ਡਿੱਗ ਜਾਂਦੇ। ਬਹੁਤ ਜ਼ਿਆਦਾ ਨੀਚੇ ਹੁੰਦੇ, ਸਿਰਫ ਉਹੀ ਨਹੀਂ ਹੁੰਦੇ। ਮੈਨੂੰ ਹੋਰ ਨਹੀਂ ਪਤਾ, ਮੈਂ ਤਾਂ ਸਿਰਫ ਇਹ 3 ਗੱਲਾਂ ਦਾ ਜਾਣਦਾ ਹਾਂ। 100% ਇੱਕ ਜਗ੍ਹਾ ਦਾ ਆંકੜਾ, ਇੱਕ ਜਗ੍ਹਾ ਦਾ 90%, ਇੱਕ ਜਗ੍ਹਾ ਦਾ 95%। ਇਹ ਆંકੜੇ ਨਹੀਂ ਹਨ। ਥੋੜ੍ਹਾ ਜਿਹਾ ਮੈਂ ਇਹ ਗੱਲ ਮੰਨ ਸਕਦਾ ਕਿ ਡੋਰ ਟੂ ਡੋਰ ਕਲੈਕਸ਼ਨ, ਮੈਂ ਉਹੀ ਗੱਲ ਫਿਰ ਕਿਹਾ ਹੈ, ਸ਼ਾਇਦ ਕੁਛ ਅੱਛੀ ਹੋਵੇਗੀ, ਪਰ ਉਹ ਕਲੋਨੀਆਂ 'ਚ ਨਹੀਂ। ਡੋਰ ਟੂ ਡੋਰ ਤਾਂ ਸਾਰਾ ਸ਼ਹਿਰ ਆਉਂਦਾ ਹੈ, ਕਿੱਡਾ ਵੱਡਾ ਇਲਾਕਾ ਉੱਧਰ ਆਉਂਦਾ ਹੈ, ਉੱਥੇ ਤਾਂ ਲੋਕ ਆਪਣਾ ਚੱਕ ਕੇ ਵਿਚਾਰੇ ਢੇਰ ਲਾਉਂਦੇ ਨੇ। ਡੋਰ ਟੂ ਡੋਰ ਕਲੈਕਸ਼ਨ ਕਿਤੇ ਨਹੀਂ ਹੁੰਦੀ। ਉਹਦੇ ਹਿਸਾਬ ਨਾਲ ਵੀ ਅੱਧੇ ਸ਼ਹਿਰ ਦੇ ਵਿੱਚ ਹੁੰਦੀ ਹੋਏਗੀ, ਪਰ ਜਿਹੜੀ ਇਹਨਾਂ ਨੇ ਉਹਦੀ ਸੌਰਟਿੰਗ ਕਹਿਤਾ, ਉਹਨੂੰ ਸੌਰਟ ਕਰਦੇ ਨੇ, ਅਲੱਗ-ਅਲੱਗ ਕੀਤਾ ਜਾਂਦਾ ਅਲੱਗ-ਅਲੱਗ, ਅਤੇ ਉਹਦੀ ਪ੍ਰੋਸੈਸਿੰਗ, ਇਹ ਆંકੜੇ 90 ਤੇ 95% ਸਰਾਸਰ ਗਲਤ ਨੇ। ਮਾਨ ਸਾਹਿਬ, ਜਿਸ ਟਾਈਮ ਲੋਕ ਸਭਾ ਦੇ ਇਲੈਕਸ਼ਨ ਹੋਏ, ਡੰਪਿੰਗ ਗਰਾਊਂਡ ਉਸ ਵਿੱਚ ਬਹੁਤ ਵੱਡਾ ਮੁੱਦਾ ਰਿਹਾ। ਉਹ ਡੰਪਿੰਗ ਗਰਾਊਂਡ ਜਿਹੜੇ ਸਾਡੇ ਉੱਤੇ ਦੇ ਆਸ-ਪਾਸ ਦੇ ਸੈਕਟਰ ਹੈ,
ਉਹਨਾਂ ਦੀ ਪਰੇਸ਼ਾਨੀ ਦਾ ਮੇਨ ਕਾਰਨ ਵੀ ਆ। ਉੱਥੇ ਬਿਮਾਰੀਆਂ ਬਹੁਤ ਵੱਡੇ ਸਤਰ ਤੇ ਲੋਕਾਂ ਵਿੱਚ ਫੈਲ ਰਹੀਆਂ, ਲੋਕੀ ਬੜੇ ਤੰਗ ਆ, ਬਹੁਤ ਉਸ ਨੂੰ ਲੈ ਕੇ ਐਜੀਟੇਸ਼ਨ ਵੀ ਹੋਇਆ। ਤੇ ਉਸ ਟਾਈਮ ਤੁਸੀਂ ਵੀ ਇਹ ਪ੍ਰੋਮਿਸ ਕੀਤਾ ਸੀਗਾ ਵੀ ਜਦ ਤੁਸੀਂ ਐਮਪੀ ਹੋ ਗਏ ਤਾਂ ਇਸ ਦਾ ਸੋਲੂਸ਼ਨ ਸਭ ਤੋਂ ਪਹਿਲੇ ਕਰਾਂਗੇ। ਤੇ ਮੈਡਮ ਕਿਰਨ ਖੇਰ ਨੇ ਵੀ ਇਸ ਪ੍ਰੋਮਿਸ ਕੀਤਾ ਸੀਗਾ ਵੀ ਜਿਸ ਤਰ੍ਹਾਂ ਮੈਂ ਇਲੈਕਟਿਡ ਹੋ ਗਈ ਦੁਬਾਰਾ ਤਾਂ ਇਸ ਦਾ ਸੋਲੂਸ਼ਨ ਸਭ ਤੋਂ ਪਹਿਲਿਆਂ 'ਚ ਹੋਏਗਾ। ਪਰ 1.5 ਸਾਲ ਬੀਤ ਗਿਆ, ਅਜੇ ਵੀ ਡੰਪਿੰਗ ਗਰਾਊਂਡ ਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਔਰ ਲਗਾਤਾਰ ਜਿਹੜਾ ਉਹ ਪਹਾੜ ਹੈ ਕੂੜੇ ਦਾ ਉਹ ਵੱਧਦਾ ਜਾ ਰਿਹਾ। ਤੇ ਇੰਨਾ ਹੀ ਨਹੀਂ, ਜਿਹੜਾ ਇੱਕ ਪ੍ਰੋਸੈਸਿੰਗ ਕਰਨ ਲਈ ਇੱਕ ਕੰਪਨੀ ਨੂੰ ਅਸੀਂ ਜ਼ਮੀਨ ਅਲਾਟ ਕੀਤੀ ਸੀਗੀ, ਉਹ ਜਿਹੜਾ ਕੰਪਨੀ ਜਿਹੜੀ ਉਹ ਫੈਕਟਰੀ ਚਲਾ ਰਹੀ ਸੀਗੀ ਕੂੜੇ ਦਾ ਪ੍ਰੋਸੈਸਿੰਗ ਵਾਲਾ, ਉਹਨੂੰ ਵੀ ਅਸੀਂ ਉਹ ਕੈਂਸਲ ਕਰ ਦਿੱਤਾ ਤੇ ਉਹ ਵੀ ਕਾਰਪੋਰੇਸ਼ਨ ਨੇ ਆਪਣੇ ਹੱਥੀ ਲੈ ਲਿੱਤਾ। ਤੁਸੀਂ ਇਸ ਦੇ ਪਿੱਛੇ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ, ਕੀ ਕਾਰਨ ਮੰਨਦੇ ਹੋ ਔਰ ਜਿਹੜਾ ਇਹ ਡਿਸੀਜਨ ਹੈ ਇਹ ਕਿੰਨਾ ਕੁ ਸਹੀ ਹੈ? ਜਦੋਂ ਮੈਨੂੰ ਇੱਥੋਂ ਦਾ ਐਮਪੀ ਬਣਨ ਦਾ ਮੌਕਾ ਮਿਲਿਆ ਸੀ ਅਤੇ ਇੱਥੇ ਕਾਰਪੋਰੇਸ਼ਨ ਕਾਂਗਰਸ ਦੀ ਸੀ, ਉਸ ਵਕਤ ਇਸੀ ਗਰਾਊਂਡ ਦੇ ਉੱਪਰ 1-1 ਫੁੱਟ 2-2 ਫੁੱਟ ਅਲੱਗ-ਅਲੱਗ ਜਗ੍ਹਾ 'ਤੇ ਸਾਫ਼ ਮਿੱਟੀ ਪਾ ਕੇ ਇਹਦੇ ਉੱਪਰ ਲੈਵਲ ਕਰਕੇ ਇਹਦੇ ਉੱਪਰ ਘਾਹ ਲਗਾ ਦਿੱਤਾ ਗਿਆ ਸੀ, ਇਹਦੇ ਉੱਪਰ ਦਰਖਤ ਲਗਾ ਦਿੱਤੇ ਗਏ ਸਨ ਅਤੇ ਮੇਰੇ ਕੋਲ ਫੋਟੋਆਂ ਨੇ। ਇਹਦੇ ਉੱਪਰ ਉਹੀ ਕਾਲੋਨੀ ਦੇ ਬੱਚੇ ਜਿਹੜੇ ਅੱਜ ਇਤਰਾਜ਼ ਕਰਦੇ ਨੇ ਇਸ 'ਤੇ ਜਾ ਕੇ ਖੇਲਦੇ ਹੁੰਦੇ ਸਨ। ਬਿਲਕੁਲ ਠੀਕ ਹੈ। ਲੋਕ ਸੈਰ ਵਾਸਤੇ ਜਾਂਦੇ ਸੀ, ਰਾਸਤਾ ਬਣ ਗਿਆ ਸੀ, ਬੈਂਚ ਸਾਰਾ ਹੋ ਗਿਆ ਸੀ। ਅਤੇ ਉਦੋਂ ਸਾਡਾ ਖਿਆਲ ਇਹ ਸੀ ਇਹ ਏਰੀਆ ਨੂੰ ਭਰ ਕੇ ਜਿਹੜਾ ਦੂਜਾ ਏਰੀਆ ਉਵੇਂ ਹੀ ਕਰਾਂਗੇ। ਅਮਰੀਕਾ ਦੇ ਵਿੱਚ ਨਿਊ ਜਰਸੀ ਦੇ ਵਿੱਚ ਇੱਕ ਸਟੈਟਨ ਆਈਲੈਂਡ ਕਹਿੰਦੇ ਨੇ, ਉੱਥੇ ਵੀ ਇਸੀ ਢੰਗ ਦੇ ਨਾਲ ਉਹਨਾਂ ਨੇ ਬਣਾਏ ਹੋਏ ਨੇ ਪੁਰਾਣੇ। ਕੂੜੇ ਦੇ ਉੱਪਰ ਮਿੱਟੀ ਪਾ ਕੇ, ਪਹਿਲਾਂ ਸ਼ੀਟ ਵਿਛਾ ਕੇ ਉੱਪਰ ਮਿੱਟੀ ਪੂਰੀ ਪਾ ਕੇ, ਸ਼ਾਨਦਾਰ ਵਧੀਆ ਉਹਨਾਂ ਨੂੰ ਪਹਾੜ ਕਿਹਾ ਜਾਂਦਾ ਹੈ। ਉਹ ਕੰਮ ਹੋਏ ਨੂੰ ਖ਼ਤਮ ਕਰ ਦਿੱਤਾ, ਹੋਏ ਨੂੰ ਖ਼ਤਮ ਕਰ ਦਿੱਤਾ ਜਿਹੜਾ ਕਿ ਬਣਿਆ ਹੋਇਆ ਸੀ। ਬਾਕੀ ਤਾਂ ਉਸ ਤੋਂ ਬਾਅਦ ਵਿਗੜਿਆ ਹੀ ਹੈ। ਇਹਨਾਂ ਨੇ ਕਿਹਾ ਕਿ ਇਹਦੀ ਸਾਰੇ ਨੂੰ ਅਸੀਂ ਚੱਕ ਦਿਆਂਗੇ। ਮੈਨੂੰ ਨਹੀਂ ਪਤਾ ਚੱਕ ਕੇ ਕੀ ਕਰਨਾ ਸੀ, ਕਿੱਥੇ ਕਿੰਨੇ ਦੀ ਖਾਦ ਬਣ ਚੁੱਕੀ ਹੋਣੀ ਸੀ, ਉਹ ਵਿੱਚੋਂ ਖਾਦ ਕਰਨੀ ਸੀ। ਮੈਂ ਤਾਂ ਇਕੱਲਾ ਇੰਨਾ ਹੀ ਜਾਣਦਾ ਕਿਉਂਕਿ ਕਿਸੇ ਨਾਲ ਮਿਲ ਕੇ ਤਾਂ ਇਹਨਾਂ ਨੇ ਗੱਲ ਸਾਰੀ ਨਹੀਂ ਕਰਨੀ, ਕਿਸੇ ਤੋਂ ਰਾਏ ਤਾਂ ਲੈਣੀ ਨਹੀਂ। ਸਿਰਫ ਇੱਕ ਮੀਟਿੰਗ ਹੋਏਗੀ ਜ਼ਰੂਰ, ਜਦੋਂ ਕਦੇ 4 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਵੀ ਕਦੇ 6 ਮਹੀਨਿਆਂ ਬਾਅਦ ਅਕਸਰ ਤੁਹਾਡੀ ਐਡਵਾਈਜ਼ਰੀ ਕਮੇਟੀ ਦੀ। ਉਦੋਂ ਕਿਹੜਾ ਮੁੱਦਾ ਆ ਗਿਆ, ਬਾਕੀ ਸਾਰੇ ਮੁੱਦੇ ਰਹਿ ਜਾਂਦੇ ਨੇ। ਉਦੋਂ ਹਰ ਇੱਕ ਚੀਜ਼ 'ਤੇ ਚਰਚਾ ਨਹੀਂ ਹੁੰਦੀ। ਉੱਥੇ ਕੋਈ ਇਹ ਨਹੀਂ ਕਿ ਤੁਸੀਂ ਆਪਣੇ ਏਜੰਡਾ ਭੇਜ ਦਿਓ, ਉਸ 'ਤੇ ਕਮ ਸੇ ਕਮ ਜਵਾਬ ਆਵੇ, ਉੱਥੇ ਚਰਚਾ ਨਹੀਂ ਇਸ ਦੀ ਹੋਣੀ। ਇਸ ਲਈ ਮੈਨੂੰ ਨਹੀਂ ਪਤਾ ਕਿ ਲੈਗੇਸੀ ਮਾਈਨਿੰਗ ਦਾ ਕੀ ਕਹਿੰਦੇ ਸਨ ਇਹ, ਕਿ ਇਹਨੂੰ ਸਾਰੇ ਨੂੰ ਪੁਰਾਣੇ ਦੇ ਨੂੰ ਢੇਰ ਨੂੰ ਅਸੀਂ ਖਤਮ ਕਰ ਦਿਆਂਗੇ। ਬੜੇ ਐਂ ਪੂਰੇ ਢੋਲ ਟਮਾਕੇ ਦੇ ਨਾਲ ਉਹਦਾ ਉਦਘਾਟਨ ਵੀ ਕੀਤਾ ਗਿਆ ਕਿ ਨਵਾਂ ਕੰਮ ਸ਼ੁਰੂ ਕਰ ਰਹੇ ਹਾਂ, ਚੱਕ ਰਹੇ ਹਾਂ। ਕੁਛ ਨਹੀਂ ਸੁਣਿਆ ਉਸ ਤੋਂ ਬਾਅਦ ਉਹਦਾ ਕੀ ਹੋਇਆ, ਪਤਾ ਹੀ ਨਹੀਂ ਉਹਦਾ ਕੀ ਹੋਇਆ। ਇਸ ਲਈ ਜ਼ਿੰਮੇਦਾਰ ਹਨ ਜਿਨ੍ਹਾਂ ਨੇ ਕੰਮ ਕਰਨਾ ਸੀ, ਜਿਨ੍ਹਾਂ ਦੀ ਇਹ ਜ਼ਿੰਮੇਦਾਰੀ ਬਣਦੀ ਹੈ। ਉਹਦੇ ਵਿੱਚ ਐਮਪੀ ਆਉਂਦੀ ਹੈ, ਉਹਦੇ ਵਿੱਚ ਕਾਰਪੋਰੇਸ਼ਨ ਆਉਂਦੇ ਨੇ, ਉਹਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਉਂਦੀ ਹੈ। ਸਾਰੇ ਇਹਦੇ ਜ਼ਿੰਮੇਦਾਰ ਨੇ ਜਿਹੜੇ ਕਿ ਸਾਰੇ ਇਸ ਗੱਲ 'ਚ ਫੇਲ ਹੋਏ ਨੇ। ਇੱਕ ਇਸ ਦੇ ਨਾਲ ਹੀ ਜਿਹੜਾ ਮੈਂ ਤੁਹਾਨੂੰ ਕੁਐਸਚਨ ਕੀਤਾ ਉਹ ਇਹ ਹੈ ਵੀ ਅਸੀਂ ਇੱਕ ਕੰਪਨੀ ਨੂੰ ਕੂੜੇ ਨੂੰ ਖਤਮ ਕਰਨ ਲਈ ਇੱਕ ਟੈਂਡਰ ਦਿੱਤਾ ਗਿਆ ਸੀ। ਉਹ ਕੰਪਨੀ ਵਰਕ ਕਰ ਰਹੀ ਸੀਗੀ। ਜਦੋਂ ਅਸੀਂ ਉਸ ਤੋਂ ਸੈਟੀਸਫਾਈ ਨਹੀਂ ਹੋਏ, ਅਸੀਂ ਉਹ ਰੱਦ ਕਰ ਦਿੱਤਾ ਅਤੇ ਉਹ ਜਿਹੜੀ ਕੰਪਨੀ ਸੀਗੀ ਉਹ ਆਪਣੇ ਅਧੀਨ ਲੈ ਲਈ, ਉਹ ਫੈਕਟਰੀ ਅਸੀਂ ਆਪਣੇ। ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਗਰ ਉਹ ਕੰਪਨੀ ਕੰਮ ਨਹੀਂ ਕਰ ਰਹੀ ਸੀ ਅਤੇ ਉਹ ਕੰਪਨੀ ਨੇ ਕੰਮ ਨਹੀਂ ਕੀਤਾ ਤਾਂ ਉਹ ਕੰਪਨੀ ਤੋਂ ਜ਼ਰੂਰ ਰੱਦ ਕਰ ਦੇਣਾ ਚਾਹੀਦਾ ਸੀ। ਇਸ ਦੀ ਮੈਂ ਸਪੋਰਟ ਕਰਦਾ, ਪਰ ਤੁਹਾਨੂੰ ਆਪਣੇ ਵੱਲੋਂ ਕੋਈ ਇੰਤਜ਼ਾਮ ਕਰਕੇ ਕਰਨਾ ਹੈ। ਜਿਹੜਾ ਹੋ ਰਿਹਾ ਸੀ ਉਹ ਵੀ ਰੋਕ ਲਿਆ। ਉਹਨਾਂ ਨੂੰ ਤਾਂ ਮਾਰਚਿੰਗ ਆਰਡਰਸ ਮੈਂ ਵੀ ਕਿਹਾ ਸੀ ਕਿ ਅਗਰ ਉਹ ਕੰਮ ਨਹੀਂ ਕਰਨਗੇ ਅਸੀਂ ਕੱਢ ਦਿਆਂਗੇ, ਪਰ ਜ਼ਰੂਰਤ ਸੀ ਉਸ ਤੋਂ ਬਾਅਦ। ਇਹ ਕੂੜੇ ਵਾਲਾ ਕੰਮ ਕੋਈ ਖੈਰਾਤ ਦਾ ਕੰਮ ਜਾਂ ਕੋਈ ਮੁਫਤ ਦਾ ਕੰਮ ਜਾਂ ਕੋਈ ਖਰਚੇ ਦਾ ਕੰਮ ਨਹੀਂ ਹੈ ਸਹੀ ਮਾਇਨੇ ਦੇ ਵਿੱਚ। ਅਗਰ ਇਹਨੂੰ ਅੱਛੀ ਤਰ੍ਹਾਂ ਮੈਨੇਜ ਕੀਤਾ ਜਾਵੇ, ਇਹ ਕਮਾਈ ਦਾ ਸਾਧਨ ਵੀ ਹੈ। ਕੂੜੇ ਨੂੰ ਡੀਲ ਕਰਨਾ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ। ਇਹਨਾਂ ਨੂੰ ਜ਼ਰੂਰਤ ਸੀ। ਹੁਣ ਇਹ ਇੱਕ ਨਵੀਂ ਗੱਲ ਤੁਸੀਂ ਕੀਤੀ ਹੈ ਵੀ ਕੂੜੇ ਨੂੰ ਡੀਲ ਕਰਨਾ ਇੱਕ ਕਮਾਈ ਦਾ ਸਾਧਨ ਵੀ ਬਣ ਸਕਦਾ। ਉਹ ਕਿੱਦਾਂ, ਥੋੜ੍ਹਾ ਜਿਹਾ ਸਾਨੂੰ ਦੱਸੋਗੇ? ਇੱਕ ਤਾਂ ਹਮੇਸ਼ਾ ਕਹਿੰਦੇ ਆ ਕਿ ਇਹਦੇ ਵਿੱਚੋਂ ਬਿਜਲੀ ਬਣਦੀ ਹੈ, ਇਹਦੇ ਵਿੱਚੋਂ ਦਿੱਲੀ ਦੇ ਵਿੱਚ ਖਾਦ ਬਣ ਰਹੀ ਹੈ। ਉਹ ਤਾਂ ਇੱਕ ਛੋਟੀਆਂ ਗੱਲਾਂ ਨੇ। ਮੈਂ ਇਹ ਕਹਿ ਰਿਹਾ ਹਾਂ ਕਿ ਇਹਦੇ ਵਿੱਚੋਂ ਅਗਰ ਤੁਸੀਂ ਕਿਸੇ ਕੰਪਨੀ ਨੂੰ ਅੱਜ ਦੇ ਜ਼ਮਾਨੇ, ਇਹ ਕਿਹੜੇ ਸਾਲ ਸੀ, ਉਸ ਤੋਂ ਬਾਅਦ ਤੇ ਹੁਣ ਤੱਕ 12 ਸਾਲ ਨਿਕਲ ਗਏ। 12 ਸਾਲ 'ਚ ਦੁਨੀਆ ਕਿੰਨੀ ਬਦਲ ਗਈ, ਟੈਕਨੋਲੋਜੀ ਕਿੰਨੀ ਬਦਲ ਗਈ। ਸਾਡੇ ਲੋਕ ਬਾਹਰ ਸਟੱਡੀ ਟੂਰਸ 'ਤੇ ਜਾ ਕੇ ਆ ਚੁੱਕੇ ਨੇ। ਤੁਸੀਂ ਨਵਾਂ ਪਲਾਂਟ ਉਹਦੇ ਹਿਸਾਬ ਨਾਲ ਲਗਾਓ। ਉਹ ਪਲਾਂਟ ਫਿਰ ਉਹਨੂੰ ਤੁਸੀਂ PPP ਮਾਡਲ 'ਚ ਲਗਾਓ ਜਿਹੜੇ ਦੀ ਗੱਲ ਕਰਦੇ ਹੋ। ਜ਼ਮੀਨ ਤੁਹਾਡੀ ਐਡੀ ਵੱਡੀ, ਬਾਕੀ ਸਾਰਾ ਖਰਚ ਉਹ ਕਰਨ,
ਅਤੇ ਉਹਨਾਂ ਨਾਲ ਅਰੇਂਜਮੈਂਟ ਕਰੋ ਕਿ 450 ਦਾ 50 ਟਨ ਜਿਹੜਾ ਉਹਨੂੰ ਸੈਗਰੀਗੇਸ਼ਨ ਕਰਕੇ ਦੇਣਾ ਹੈ, ਗਿੱਲੇ ਕੂੜੇ ਦਾ ਕੁਝ ਹੋਰ ਕਰਨਾ ਹੈ, ਸੁੱਕੇ ਕੂੜੇ ਦਾ ਜਿਹੜਾ ਹੈ ਉਹਨੂੰ ਤੁਸੀਂ ਉਹਦੇ ਵਿੱਚ ਦੇਣਾ ਹੋਏਗਾ ਪ੍ਰੋਸੈਸਿੰਗ ਵਾਸਤੇ। ਉਹਨੂੰ ਕੱਟਣਾ ਪਏਗਾ, ਚੂਰਾ ਕਰਦੇ ਨੇ, ਉਹਦਾ ਅੱਗੇ ਪ੍ਰੋਸੈਸਿੰਗ ਹੁੰਦਾ, ਉਸ ਤੋਂ ਬਿਜਲੀ ਬਣ ਸਕਦੀ ਹੈ। ਉਹ ਫਿਊਲ ਗੈਸਿਸ ਬਣ ਸਕਦੇ ਆ, ਜਿਹਦੇ ਨਾਲ ਤੁਹਾਡੇ ਕਿਚਨ ਦੀ ਗੈਸ ਦਾ ਕੰਮ ਮਿਥੇਨ ਵਗੈਰਾ ਤੁਹਾਡਾ ਉਹਦੇ ਵਾਸਤੇ ਕਰ ਸਕਦਾ, ਜਿਹੜੇ ਕਿ ਅੱਜ ਦੇ ਦਿਨ ਵੈਸੇ ਜ਼ਹਿਰ ਦਾ ਬਣ ਜਾਂਦਾ। ਉਹ ਉਹਦੇ ਵਿੱਚੋਂ ਹੀ ਕੀਤਾ ਜਾ ਸਕਦਾ ਸੀ। ਅਤੇ ਜਿਹੜਾ ਬਾਗਬਾਨੀ ਦੀ ਛਾਂਟੀ ਹੈ, ਸਾਡੀ ਜਿਹੜੀਆਂ ਪ੍ਰੂਨਿੰਗਸ ਨੇ ਦਰਖਤਾਂ ਦੀਆਂ, ਘਾਵਾਂ ਦੀਆਂ, ਇਹਨਾਂ ਦੇ ਵਿੱਚ ਜਿਹੜੇ ਤੁਹਾਡੇ ਵੱਡੇ ਵੱਡੇ ਪਾਰਕਸ ਨੇ, ਉਹਨਾਂ ਦੇ ਕੋਨੇ 'ਤੇ ਇੱਕ ਸ਼ਾਨਦਾਰ ਵਧੀਆ ਢੰਗ ਦੇ ਨਾਲ, ਉਹ ਤਾਂ ਕਰ ਨਹੀਂ ਸਕਦੇ ਵਧੀਆ ਢੰਗ ਨਾਲ, ਤਾਂ ਗੰਦ ਪਾਉਣਾ ਹੈ, ਪਰ ਅਗਰ ਉਹਨੂੰ ਚੰਗੇ ਢੰਗ ਦੇ ਨਾਲ ਸਾਰਾ ਕੂੜਾ ਉੱਥੋਂ ਪੱਟ ਕੇ ਵੱਡੀ ਜਗ੍ਹਾ ਨੂੰ ਪੱਟ ਲਵੋ, ਉਹਦੇ ਵਿੱਚ ਤੁਸੀਂ ਢੇਰ ਲਗਵਾਉਂਦੇ ਰਹੋ, ਤੁਹਾਡੇ ਲਈ ਉਹ ਬਹੁਤ ਸ਼ਾਨਦਾਰ ਇੱਕ ਖਾਦ ਦਾ ਕੰਮ ਬਣ ਸਕਦਾ ਹੈ। ਬਹੁਤ ਹੀ ਥੋੜ੍ਹਾ % ਕੂੜਾ ਰਹਿ ਜਾਏਗਾ, ਬਾਕੀ ਜਿਹਨੂੰ ਕਿ ਸਹੀ ਮਾਇਨੇ ਦੇ ਵਿੱਚ ਤੁਸੀਂ ਕਿਤੇ ਡਿਸਪੋਜ਼ ਕਰਨਾ ਹੋਏਗਾ, ਉਹ ਨਹੀਂ ਕੀਤਾ। ਅੱਜ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਜਿਹੜਾ ਮੈਂ ਤੁਹਾਨੂੰ ਕਹਿੰਦਾ, ਉਹ ਕਹਿੰਦੇ ਨੇ ਕਿ ਇਹ ਵੈਲਥ ਬਣਦੀ, ਇਸ ਤੋਂ ਕਮਾਈ ਹੁੰਦੀ ਹੈ, ਇਹਦੇ ਵਿੱਚੋਂ ਵੇਸਟ ਤੋਂ, ਵੈਲਥ ਫਰੋਮ ਵੇਸਟ, ਉਹਦੇ 'ਚ ਉਹ ਕਰਦੇ ਨੇ। ਅਸੀਂ ਇਹਨੂੰ ਇੱਕ ਸਮੱਸਿਆ ਬਣਾਇਆ ਹੋਇਆ, ਬਹੁਤ ਵੱਡਾ ਸਮੱਸਿਆ ਦੇ ਨਾਲ ਨਾਲ ਇਹ ਇੱਕ ਬਿਮਾਰੀ ਦੀ ਜੜ ਬਣਾਇਆ ਹੋਇਆ ਹੈ। ਇਹ ਸਾਡੀ ਵਿਫਲਤਾ ਹੈ। ਜਿਹੜਾ ਮੈਂ ਕਿਹਾ ਸੀ ਉਸ ਵਕਤ ਮਿੱਟੀ ਪਾ ਕੇ, ਉਹ ਇੱਕ ਟਾਈਮ ਦਾ ਕੰਮ ਸੀ, ਕੂੜਾ ਤਾਂ ਅੱਗੇ ਨੂੰ ਹੋਰ ਪੈਦਾ ਹੋਣਾ ਸੀ, ਅੱਗੇ ਨੂੰ ਉਹਦੇ ਵਾਸਤੇ ਹੋਰ ਇੰਤਜ਼ਾਮ ਹੋਣੇ ਸਨ। ਇਹ ਸਾਰੀ ਜਗ੍ਹਾ ਨੂੰ ਇਸ ਢੰਗ ਦੇ ਨਾਲ ਕੀਤਾ ਜਾ ਸਕਦਾ ਸੀ। ਇੰਨੀ ਦੇਰ ਦੇ ਵਿੱਚ ਨਾਲ ਨਾਲ ਪਲਾਨ ਹੋਰ ਬਣਦਾ। ਕੱਲ੍ਹ ਹੀ ਇੱਥੋਂ ਦੀ ਜਿਹੜੀ IIT ਰੁੜਕੀ ਨੇ ਵੀ ਇੱਥੇ ਸਟੱਡੀ ਕੀਤੀ ਆ ਕੇ ਜਗ੍ਹਾ ਦੀ, ਉਹਨਾਂ ਨੇ ਵੀ ਕਿਹਾ ਕਿ ਇਹ ਮਸ਼ੀਨਾਂ ਜਿਹੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ, ਇਹ ਖਤਮ ਹੋ ਚੁੱਕੀਆਂ ਨੇ, ਇਹਨਾਂ ਦੀ ਲਾਈਫ ਸਪੈਨ ਜਿੰਨਾ ਹੁੰਦਾ ਉਹ ਖਤਮ ਹੋ ਚੁੱਕਿਆ। ਹੁਣ ਤੁਸੀਂ ਨਵੇਂ ਬਣਾਓ, ਇੱਥੇ ਨਵੀਆਂ ਮਸ਼ੀਨਾਂ ਲਗਾਓ, ਉਹਦੇ ਨਾਲ ਨਵੀਂ ਪ੍ਰੋਸੈਸਿੰਗ ਕਰੋ। ਉਹ ਕੰਮ ਇਹਨਾਂ ਦਾ ਹੈ ਅੱਜ ਕਰਨਾ। ਬਾਂਸਲ ਸਾਹਿਬ, ਪਿੱਛੇ ਜੇ ਕੁਝ ਸੰਸਥਾਵਾਂ ਨੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ, ਜਿਸ 'ਚ ਉਹਨਾਂ ਨੇ ਦਿਖਾਇਆ ਵੀ ਚੰਡੀਗੜ੍ਹ ਦੀ ਜਿਹੜੀ ਸਾਂਸਦ ਹੈ ਕਿਰਨ ਖੇਰ, ਉਹ ਲਾਪਤਾ ਹੈ। ਤੁਸੀਂ ਇਸ ਪ੍ਰਦਰਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਮੰਨਦੇ ਹੋ? ਦੇਖੋ, ਮੈਂ ਸ਼ੁਰੂ ਦੇ ਵਿੱਚ ਕਿਹਾ ਸੀ, ਉਹਨਾਂ ਦਾ ਇੱਕ ਬਿਆਨ ਪੜ੍ਹਿਆ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਹਰ ਵਕਤ ਰੈਗੂਲਰ ਪ੍ਰਸ਼ਾਸਨ ਨਾਲ ਇਨ ਟੱਚ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ, ਪਰ ਉਹਨਾਂ ਦਾ ਕਿਤੇ ਕੋਈ ਚੀਜ਼ ਦਾ ਬਿਆਨ ਜਾਂ ਕੋਈ ਹੋਰ ਚੀਜ਼ ਅਖਬਾਰਾਂ ਦੇ ਵਿੱਚ ਨਹੀਂ ਆਈ, ਜਿਹੜਾ ਕਿ ਉਹਨਾਂ ਦਾ ਜ਼ਿਆਦਾ ਆ ਸਕਦਾ ਹੈ। ਉਹਨਾਂ ਤੋਂ ਪਤਾ ਲੱਗ ਸਕਦਾ ਹੈ ਕਿ ਕਿੱਥੇ ਕੀ ਹੈ। ਅੱਜ ਦੇ ਦਿਨ ਆਵਾਜਾਈ ਵੀ ਥੋੜ੍ਹੀ ਸ਼ੁਰੂ ਹੋ ਗਈ ਹੈ, ਲੋਕਡਾਊਨ ਨਹੀਂ ਹੈ, ਬਾਹਰ ਨਿਕਲ ਕੇ ਬੰਦ ਹੈ ਉਹਨਾਂ ਦਾ ਵੀ ਫਰਜ਼, ਉਹ ਜਾ ਕੇ ਕਿੱਥੇ ਕੀ ਵੇਖਣ। ਪਰ ਅਗਰ ਉਹ ਕਹਿੰਦੇ ਨੇ ਕਿ ਮੈਂ ਸੰਤੋਸ਼ਜਨਕ ਮੇਰਾ ਕੰਮ ਹੈ, ਜਾਂ ਮੈਂ ਸੈਟਿਸਫਾਈਡ ਹਾਂ ਕਿ ਪ੍ਰਸ਼ਾਸਨ ਤੋਂ ਕੰਮ ਹੋ ਰਿਹਾ, ਤਾਂ ਠੀਕ ਹੈ। ਅਸੀਂ ਕੁਝ ਦੇਰ ਬਾਅਦ ਉਸ 'ਤੇ ਆਪਣਾ ਦੱਸਾਂਗੇ ਵੀ ਕਿੱਥੇ ਕੀ ਠੀਕ ਹੋਇਆ, ਕੀ ਸ਼ਹਿਰ ਦੇ ਨੁਕਸਾਨ ਹੋ ਗਏ ਨੇ। ਅਤੇ ਸਾਲ ਬਾਅਦ ਲੋਕ ਜਦੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਜਾਣਗੇ, ਉਦੋਂ ਲੋਕ ਆਪਣਾ ਫਤਵਾ ਦੇਣਗੇ। ਉਹਦੇ ਵਿੱਚ MP ਦਾ ਕੰਮ ਵੀ ਆ ਜਾਂਦਾ ਹੈ। ਪਿਛਲੇ ਜਦੋਂ ਉਹਨਾਂ ਦਾ ਟਾਈਮ ਹੈ ਕਿ MP ਨੇ ਕੀ ਕੀਤਾ ਹੈ, ਕਾਰਪੋਰੇਸ਼ਨ ਦੇ ਕੰਮ ਦਾ ਵੀ ਆ ਜਾਂਦਾ ਹੈ, ਕਿਉਂਕਿ ਦੋਨੋਂ ਜ਼ਿੰਮੇਵਾਰੀਆਂ, ਕਿਉਂਕਿ ਵੱਡੀ ਪੋਸਟ MP ਦੀ ਹੁੰਦੀ ਹੈ। MP ਦਾ ਇੱਕ ਕੰਮ ਹੋ ਜਾਂਦਾ ਹੈ, ਇੱਕ ਉਹ ਕੋਆਰਡੀਨੇਸ਼ਨ, ਇੱਕ ਸਮਨਵਯ, ਉਹਨਾਂ ਨਾਲ ਇੱਕ ਤਾਲਮੇਲ ਉਹ ਬਣਾ ਕੇ ਰੱਖ, ਸਾਰਿਆਂ ਤੋਂ ਕੰਮ ਲੈਣ, ਪ੍ਰਸ਼ਾਸਨ ਤੋਂ ਵੀ ਕੰਮ ਮਿਲੇ, ਕਾਰਪੋਰੇਸ਼ਨ ਤੋਂ ਵੀ ਕੰਮ ਹੋਵੇ, ਅਤੇ ਉਹ ਆਪ ਵੀ ਕਰਕੇ ਕੇਂਦਰ ਤੋਂ ਵੀ ਲੈ ਪਾਉਣ। ਅਤੇ ਇੱਕ ਬਹੁਤ ਵੱਡਾ ਫਾਇਦਾ ਉਹਨਾਂ ਨੂੰ ਇਹ ਹੈ ਇਸ ਵਕਤ ਕਿ ਪਹਿਲੀ ਵਾਰ ਉਹਨਾਂ ਨੂੰ, ਮੈਨੂੰ ਨਹੀਂ ਸੀ ਕਦੇ ਇੰਨਾ, ਮੇਰੀ ਇਹ ਖੁਸ਼ਕਿਸਮਤੀ, ਕੋਈ ਵੀ ਕਾਰਨ ਹੋ ਸਕਦੇ ਨੇ ਉਹਦੇ, ਕਿ ਗਵਰਨਰ ਵੱਲੋਂ ਉਹਨਾਂ ਨੂੰ ਟੋਟਲ ਸਪੋਰਟ ਹੈ। MP ਨੂੰ ਨਹੀਂ ਕੀ ਹੁੰਦਾ ਹੈ ਕਿ ਅਫਸਰ ਗਵਰਨਰ ਅਤੇ MP ਦੇ ਵਿੱਚ ਫਰਕ ਪਵਾ ਦਿੰਦੇ ਨੇ। ਇਹਨਾਂ ਨੂੰ ਉਸ ਤੋਂ ਪੂਰੀ ਸਪੋਰਟ ਹੈ ਗਵਰਨਰ ਸਾਹਿਬ ਤੋਂ। ਉਹਦੇ ਨਾਲ ਇਹਨਾਂ ਨੂੰ ਜੋ ਇਹ ਕੰਮ ਕਹਿੰਦੇ ਨੇ ਉੱਥੋਂ ਉਹ ਕਰਦੇ ਨੇ। ਫਿਰ ਵੀ ਕੰਮ ਨਾ ਹੋਣ, ਫਿਰ ਵੀ ਇੱਥੇ ਕੁਛ ਨਾ ਹੋਣ, ਇਹ ਉਹਨਾਂ ਦੀ ਜ਼ਰੂਰ ਨਾਕਾਮੀ ਹੈ MP ਸਾਹਿਬਾ ਦੀ, ਇਹ ਮੈਂ ਜ਼ਰੂਰ ਕਹਾਂਗਾ। ਚੰਡੀਗੜ੍ਹ ਦੇ ਜਿਹੜੇ ਦੁਕਾਨਦਾਰ ਹੈ, ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। COVID-19 ਦੇ ਕਰਕੇ ਜਿਹੜਾ ਓਡ ਈਵਨ ਸ਼ੁਰੂ ਕੀਤਾ ਗਿਆ, ਜਾਂ ਲਾਸਟ ਸ਼ਨੀ ਐਤਵਾਰ ਨੂੰ ਚੰਡੀਗੜ੍ਹ ਵਿੱਚ ਜਿਹੜੀਆਂ ਮਾਰਕੀਟਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ, ਉਸ ਦਾ ਵਿਰੋਧ ਕਰ ਰਹੇ ਨੇ। ਤੁਸੀਂ ਇਸ ਵਿਰੋਧ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਇਸ ਦਾ ਸਮਰਥਨ ਕਰਦੇ ਹੋ, ਜਾਂ ਤੁਸੀਂ ਜਿਹੜਾ ਇਹ ਵਿਰੋਧ ਹੋ ਰਿਹਾ ਇਹ ਗਲਤ ਹੈ? ਗੱਲ ਸਮਰਥਨ ਦੀ ਜਾਂ ਉਹਨੂੰ ਵਿਰੋਧ, ਉਹਨੂੰ ਗਲਤ ਕਹਿਣਾ ਨਹੀਂ ਬਣਦਾ। ਸਿਰਫ ਇਹ ਮੈਂ ਸਿੰਪਲ ਸਮਝਦਾ ਹਾਂ ਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਵਾਰ ਰੂਮ ਦੇ ਵਿੱਚ ਇੱਕ ਬੈਠ ਕੇ ਰੋਜ਼ਾਨਾ ਮੀਟਿੰਗ ਕਰ ਲੈਣੀ ਇੱਕ ਅੱਛੀ ਗੱਲ ਹੈ। ਗਵਰਨਰ ਸਾਹਿਬ ਰੋਜ਼ਾਨਾ ਉਸ ਦੇ ਵਿੱਚ ਇੱਕ ਨਿੱਜੀ ਤੌਰ 'ਤੇ ਇੰਟਰਸਟ ਲੈਂਦੇ ਨੇ, ਪਰ ਇੱਕ ਜ਼ਰੂਰੀ ਹੋਰ ਉਸ ਤੋਂ ਬਹੁਤ ਵੱਧ ਕੇ ਸੀ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ, ਮਾਰਕੀਟ ਐਸੋਸੀਏਸ਼ਨਸ, ਉਹਨਾਂ ਦੇ ਨਾਲ ਵੀ ਕੋਈ ਇੱਕ ਜ਼ਾਬਤਾ ਬਣਾ ਕੇ ਗੱਲਬਾਤ ਦਾ ਰੱਖਣਾ ਚਾਹੀਦਾ ਸੀ। ਕੋਈ ਅਫਸਰ ਦੀ ਕਿਸੇ ਦੀ ਡਿਊਟੀ ਲਗਾਉਂਦੇ,
ਰਿਪਰੈਜ਼ੈਂਟੇਟਿਵਸ ਦੀ ਲਗਾਉਂਦੇ, ਉਹਨਾਂ ਨਾਲ ਗੱਲ ਕਰਦੇ, ਉਹਨਾਂ ਨੂੰ ਗੱਲ ਪੁੱਛਦੇ। ਇਕੋਨਮੀ ਫੇਲ ਹੋ ਚੁੱਕੀ ਹੈ, ਕਿਸੇ ਨੂੰ ਕੋਈ ਇਨਸੈਂਟਿਵ ਇਹਨਾਂ ਨੇ ਦਿੱਤਾ ਨਹੀਂ, ਕਿਸੇ ਨੂੰ ਕੋਈ ਫਾਇਦਾ ਨਹੀਂ ਪਹੁੰਚਾਇਆ, ਲੋਕ ਬੇਰੁਜ਼ਗਾਰ ਹੋਏ ਪਏ ਨੇ। 20% ਤੋਂ ਜ਼ਿਆਦਾ ਇਸ ਵਕਤ ਵੀ ਅੱਜ ਸ਼ੁਰੂ ਹੋਣ ਤੋਂ ਬਾਅਦ ਵੀ ਕੰਮ ਨਹੀਂ ਹਨ। ਰੈਸਟੋਰੈਂਟ ਹੋਟਲ ਅੱਜ ਵੀ ਬੰਦ ਪਏ ਨੇ, ਜਿਨ੍ਹਾਂ ਲੋਕਾਂ ਦਾ ਉਹ ਕੰਮ ਹੈ, ਬੇਸ਼ੱਕ ਉਹ ਮਾਲਿਕਾਂ ਦਾ ਹੋ ਗਿਆ, ਬੇਸ਼ੱਕ ਉਹ ਮੁਲਾਜ਼ਮਾਂ ਦਾ ਹੋ ਗਿਆ। ਉਹ ਦੁਕਾਨਦਾਰਾਂ ਦੀ ਹਾਲੇ ਕੰਮ ਨਹੀਂ ਸ਼ੁਰੂ ਹੋਏ ਚੰਗੀ ਤਰ੍ਹਾਂ, ਕਿਉਂਕਿ ਲੋਕਾਂ ਨੂੰ ਅਨਸਰਟਨਟੀ ਹੈ। ਲੋਕ ਸਮਝਦੇ ਨੇ ਕਿ ਪਤਾ ਨਹੀਂ, ਇੱਕ ਜਿਹੜਾ ਹਰ ਇੱਕ ਦੀ ਇੱਕ ਟੈਂਡੈਂਸੀ ਹੈ ਕਿ ਆਪਦੇ ਕੋਲ ਜਿੰਨਾ ਕੋਈ ਪੈਸਾ ਹੈ ਉਹਨੂੰ ਬਚਾ ਕੇ ਰੱਖੋ, ਕੱਲ੍ਹ ਨੂੰ ਪਤਾ ਨਹੀਂ ਹਾਲੇ ਕੀ ਹਾਲਾਤ ਹੋਣੀ ਹੈ। ਹਾਲੇ ਕਿਸੇ ਨੂੰ ਅੰਦਾਜ਼ਾ ਨਹੀਂ ਕਿ ਕੋਵਿਡ ਨੇ ਕੀ ਸ਼ਕਲ ਲੈਣੀ ਹੈ। ਉਹਦੇ ਵਿੱਚ ਉਹ ਦੁਕਾਨਾਂ 'ਤੇ ਵੈਸੇ ਹੀ ਘੱਟ ਖਰਚ ਕਰਦੇ ਨੇ, ਘੱਟ ਸ਼ੋਪਿੰਗ ਹੁੰਦੀ ਹੈ, ਫਿਰ ਤੁਸੀਂ ਉਹਨਾਂ ਨੂੰ ਬੰਦ ਕਰਨੀ ਸ਼ੁਰੂ ਕਰੋ। ਜਦੋਂ ਮੈਂ ਬਹੁਤ ਪਹਿਲਾਂ ਕਿਹਾ ਸੀ ਕਿ ਔਡ ਈਵਨ ਕਰ ਦਿਓ, ਇੱਕ ਵਾਰ ਸ਼ੁਰੂ ਦੇ ਵਿੱਚ ਖੋਲ੍ਹ ਦਿਓ ਪਰ ਔਡ ਈਵਨ ਕਰ ਦਿਓ, ਉਦੋਂ ਇਹਨਾਂ ਨੇ ਗੌਲਿਆ ਨਹੀਂ, ਔਡ ਈਵਨ ਨਹੀਂ ਕੀਤਾ। ਉਦੋਂ ਕਈ ਤਰ੍ਹਾਂ ਦੇ ਮੈਂ ਅਜਿਹੀਆਂ ਸੁਜੈਸ਼ਨ ਦਿੱਤੀਆਂ ਸੀ। ਹੁਣ ਖੋਲ੍ਹਣ ਤੋਂ ਬਾਅਦ ਪੂਰਾ ਖੋਲ੍ਹਣ ਤੋਂ ਬਾਅਦ ਔਡ ਈਵਨ ਕਰਤਾ। ਹੁਣ ਸਮਝ ਹੋ ਜਾਣੀ ਚਾਹੀਦੀ ਸੀ ਇੰਨੀ ਦੇਰ 'ਚ ਕਿ ਕੀ ਇਹਦਾ ਕੋਈ ਫਾਇਦਾ ਹੋ ਰਿਹਾ ਸੀ ਕਿ ਨਹੀਂ ਹੋ ਰਿਹਾ ਸੀ। ਕਿ ਅਗਰ ਇੱਕ ਨਾਲ ਵਾਲੀ ਦੁਕਾਨ ਬੰਦ ਕਰਤੀ, ਇੱਕ ਖੋਲ੍ਹ ਦਿੱਤੀ, ਉੱਥੇ ਲੋਕ ਦੂਜੀ ਦੁਕਾਨਾਂ 'ਤੇ ਜਾਣਗੇ ਕਿ ਨਹੀਂ ਜਾਣਗੇ? ਜਿਹਦੇ 3 ਦਿਨ ਵਿੱਚੋਂ ਬੰਦ ਹੋ ਗਏ, ਉਹ ਕੰਮ ਦਾ ਉਹਦਾ ਇੱਕ ਮਾਹੌਲ ਵੀ ਬਣੇਗਾ ਕਿ ਨਹੀਂ ਬਣੇਗਾ? ਅੱਜ ਦੁਕਾਨ ਖੋਲ੍ਹ ਕੇ ਕੱਲ੍ਹ ਨੂੰ ਸਾਰਾ ਦਿਨ ਕਰਕੇ ਬੰਦ ਬੈਠਾ ਹੈ, ਅਗਲੇ ਦਿਨ ਫੇਰ ਖੋਲ੍ਹ ਕੇ ਬੰਦ ਬੈਠ ਰਿਹਾ। ਕੀ ਉਹਦਾ ਇੱਕ ਬਿਜ਼ਨਸ ਦਾ ਇੱਕ ਕੰਡਿਊਸਿਵ ਇਨਵਾਇਰਮੈਂਟ ਵੀ ਬਣੇਗਾ ਕਿ ਨਹੀਂ? ਇਹ ਗੱਲਾਂ 'ਤੇ ਧਿਆਨ ਨਹੀਂ ਕੀਤਾ। ਪਹਿਲਾਂ ਵੀਕਐਂਡਸ ਸ਼ੁਰੂ ਦੇ ਵਿੱਚ ਲਾਇਆ ਨਹੀਂ, ਪੂਰਾ ਲਗਾ ਦਿੱਤਾ, ਪੂਰਾ ਬੰਦ ਕਰ ਦਿੱਤਾ। ਕੋਈ ਸਟੱਡੀ ਹੈ ਕਿਸੇ ਤਰ੍ਹਾਂ ਦੀ? ਕੋਈ ਉਸ ਚੀਜ਼ 'ਤੇ ਕੋਈ ਇਨਪੁਟਸ ਹਨ ਕਿ ਸੈਟਰਡੇ ਅਤੇ ਸੰਡੇ ਨੂੰ ਜ਼ਿਆਦਾ ਇੱਥੇ ਕੇਸ ਉੱਠਦੇ ਹੈ? ਅਗਰ ਸੈਟਰਡੇ ਅਤੇ ਸੰਡੇ ਨੂੰ ਕੇਸ ਜ਼ਿਆਦਾ ਉੱਠਦੇ ਹੋਣ ਫਿਰ ਤਾਂ ਮੰਨੋ ਗੱਲ ਹੈ। ਉਹ ਰੋਕ ਦਿੱਤਾ ਅਤੇ ਰੈਸਟੋਰੈਂਟ ਨੂੰ ਕਹਿਤਾ ਜਾਓ, ਕਿਹੜੀ ਜਗ੍ਹਾ 'ਤੇ ਜ਼ਿਆਦਾ ਹੋ ਸਕਦਾ ਉੱਥੇ ਕਰਤਾ। ਮੇਰੇ ਹਿਸਾਬ ਦੇ ਵਿੱਚ ਸਾਰਿਆਂ ਦੇ ਵਿੱਚ ਕੋਈ ਇੱਕ ਵੱਡੀ ਸੋਚ ਨਹੀਂ ਗਈ ਜਿਹਦੇ ਨਾਲ ਇਹਨਾਂ ਦੇ ਇਹ ਫੈਸਲੇ ਹੋਏ ਨੇ। ਤੁਸੀਂ ਸਰ ਜਿਹੜਾ ਟੋਟਲ ਜਿਹੜਾ ਇਹ COVID-19 ਦਾ ਜਿਹੜਾ ਮਤਲਬ ਕਿ ਸਰਕਾਰ ਵੱਲੋਂ ਜਿੰਨੇ ਵੀ ਸਟੈਪ ਚੱਕੇ ਗਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਔਰ ਉਸ ਦੇ ਬਾਵਜੂਦ ਜਿਹੜੇ ਕੇਸ ਲਗਾਤਾਰ ਵੱਧ ਰਹੇ ਨੇ, ਤੁਸੀਂ ਇਹਨੂੰ ਕੀ ਮੰਨਦੇ ਹੋ? ਕਿ ਫੇਲੀਅਰ ਮੰਨਦੇ ਹੋ ਚੰਡੀਗੜ੍ਹ ਪ੍ਰਸ਼ਾਸਨ ਦਾ? ਕਿਸੇ ਚੀਜ਼ ਦੇ ਵਿੱਚ ਸਿੱਧਾ ਜਵਾਬ ਫੇਲੀਅਰ ਜਾਂ ਪਾਸ 'ਚ ਨਹੀਂ ਦਿਆ ਕਰਦਾ। ਮੈਂ ਤੁਹਾਨੂੰ ਪਹਿਲੇ ਜਵਾਬਾਂ 'ਚ ਵੀ ਇਹੀ ਦੱਸਣਾ। ਮੈਂ ਆਪਣੀ ਰਾਏ, ਮੇਰਾ ਕੰਮ ਹਰ ਵਕਤ ਕ੍ਰਿਟਿਸਾਈਜ਼ ਕਰਨਾ ਨਹੀਂ ਹੁੰਦਾ। ਮੈਂ ਸਲਾਹ ਵੀ ਜ਼ਰੂਰ ਦਿੰਦਾ। ਇਹਨਾਂ ਦੀ ਮਰਜ਼ੀ ਹੁੰਦੀ ਹੈ ਕਿ ਸਲਾਹ ਕਿਸੇ ਗੱਲ ਦੀ ਮੰਨਣ ਨਾ ਮੰਨਣ, ਉਹ ਮੰਨਣਾ ਇਹਨਾਂ ਦਾ ਕੰਮ ਨਹੀਂ ਹੈ। ਉਹ ਮੈਂ ਅਕਸਰ ਦੇਖਿਆ ਹੈ, ਕਿਸੇ ਗੱਲ 'ਤੇ ਲਿਖ ਵੀ ਦੇਵਾਂ ਵੀ ਕਦੇ ਇਹ ਕਰੋ, ਉਹਨਾਂ ਨੇ ਗੌਲਣਾ ਨਹੀਂ। ਪਰ ਮੈਂ ਫਿਰ ਵੀ ਇਹੀ ਨਹੀਂ ਗੱਲਾਂ ਕਿ ਟੋਟਲ ਨਾਕਾਮ ਹੋ ਗਈ ਹੈ। ਕੰਮ ਔਖੇ ਨੇ, ਮੁਸ਼ਕਲ ਹਾਲਾਤ ਦੇ ਵਿੱਚ ਕੰਮ ਕਰ ਰਹੀ ਹੈ ਪ੍ਰਸ਼ਾਸਨ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਦੂਜੇ ਪਾਸੇ ਹੋ ਵੀ ਨਹੀਂ ਰਿਹਾ ਕੰਮ। ਖਬਰ ਕਿੱਡੀ ਵੱਡੀ ਆਈ ਹੈ, ਸੂਤ ਧਰਮਸ਼ਾਲਾ ਨੂੰ ਜਿਹਨੂੰ ਇੱਕ ਆਪਣਾ ਫੈਸਿਲਿਟੀ ਸੈਂਟਰ ਬਣਾਇਆ ਹੈ, ਬਿੱਲੀਆਂ ਖਾਣਾ ਖਾ ਰਹੀਆਂ ਨੇ। ਉਹ ਜਿਹੜਾ ਲੋਕਾਂ ਦੇ ਵਾਸਤੇ ਉੱਥੇ ਜਿਹੜੇ ਉੱਥੇ ਰੱਖੇ ਨੇ ਕੇਅਰ ਫੈਸਿਲਿਟੀ ਹੈ, ਅਤੇ ਉੱਥੇ ਬੁਰਾ ਹਾਲਤ ਹੈ। ਇੱਕ ਬਾਥਰੂਮ ਹੈ 21-22 ਜਾਣਿਆਂ ਵਾਸਤੇ, ਡਾਕਟਰ ਕੋਈ ਹੈ ਨਹੀਂ, ਕੋਈ ਇੰਤਜ਼ਾਮ ਨਹੀਂ, ਕੋਈ ਪੈਰਾਮੈਡੀਕਲ ਸਟਾਫ ਨਹੀਂ। ਇਹ ਫੇਲੀਅਰ ਹੈ। ਅਤੇ ਇਹਦੇ ਵਿੱਚ ਕਹੋ ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚੋਂ ਕੀ ਜਾਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚੋਂ, ਉਹ ਕੰਮ ਨਹੀਂ। ਸਾਡਾ ਇੱਕ ਕੰਮ ਇੱਕ ਕੰਸਟਰਕਟਿਵ ਢੰਗ ਨਾਲ, ਇੱਕ ਸੁਚਾਰੂ ਤੌਰ 'ਤੇ ਸਹੀ ਰਾਏ ਦੇਣਾ ਵੀ ਹੁੰਦਾ ਹੈ, ਅਤੇ ਜਿੱਥੇ ਆਲੋਚਨਾ ਕਰਨੀ ਹੁੰਦੀ ਹੈ ਉੱਥੇ ਆਲੋਚਨਾ ਕਰਨਾ ਵੀ ਕੰਮ ਹੈ। ਅਤੇ ਆਲੋਚਨਾ ਕਰ ਰਿਹਾ, ਅੱਜ ਵੀ ਕੀਤੀ ਹੈ ਕਿ ਗੱਲਾਂ ਦੇ ਵਿੱਚ ਨਾਕਾਮ ਰਹੇ ਨੇ। ਪਰ ਮੈਂ ਕਹਿੰਦਾ ਵੀ ਨਹੀਂ, ਮੈਂ ਉਹਨਾਂ ਦੇ ਨਾਲ ਹਾਂ, ਮੈਂ ਉਹਨਾਂ ਦੇ ਨਾਲ ਨਹੀਂ, ਉਹ ਇਹਨਾਂ ਦਾ ਉਹ ਨਹੀਂ ਹੋਇਆ ਕਰਦਾ। ਚਲੋ, ਥੈਂਕ ਯੂ ਸਰ। ਇਹ ਸੀਗੇ ਪਵਨ ਕੁਮਾਰ ਬਾਂਸਲ ਜੀ, ਜੋ ਕਿ ਚੰਡੀਗੜ੍ਹ ਤੋਂ 4 ਵਾਰ ਸਾਂਸਦ ਰਹੇ ਹੈ। ਉਹਨਾਂ ਦਾ ਮੰਨਣਾ ਹੈ ਕਿ COVID-19 ਦੇ ਦੌਰਾਨ ਜਿਹੜੇ ਵੀ ਸਟੈਪ ਚੱਕੇ ਗਏ, ਉਸ ਟਾਈਮ ਕੋਈ ਸਟੱਡੀ ਸਾਹਮਣੇ ਨਹੀਂ ਆਈ, ਔਰ ਜਿਸ ਕਰਕੇ ਪ੍ਰਸ਼ਾਸਨ ਨੇ ਜਿਹੜੇ ਡਿਸੀਜ਼ਨ ਲਿੱਤੇ ਉਸ ਚੀਜ਼ ਦਾ ਵਿਰੋਧ ਹੋ ਰਿਹਾ। ਖਾਸ ਕਰਕੇ ਜਿਹੜੇ ਦੁਕਾਨਦਾਰ ਵਿਰੋਧ ਕਰ ਰਹੇ ਨੇ, ਉਸ ਦਾ ਉਹਨਾਂ ਨੇ ਇਹ ਗੱਲ ਮੇਨ ਕਹੀ ਹੈ ਕਿ ਕੋਈ ਵੀ ਸਟੱਡੀ ਨਹੀਂ ਨਾ ਹੋਣ ਕਰਕੇ ਵੀ ਜਿਸ ਟਾਈਮ ਖੋਲ੍ਹਣਾ ਚਾਹੀਦਾ ਸੀ ਉਸ ਟਾਈਮ ਬੰਦ ਕਰ ਦਿੱਤਾ, ਅਤੇ ਹੁਣ ਜਿਸ ਟਾਈਮ ਬੰਦ ਕਰਨਾ ਚਾਹੀਦਾ ਸੀ ਉਸ ਟਾਈਮ ਖੋਲ੍ਹਣ ਦੇ ਨਿਰਦੇਸ਼ ਦਿੱਤੇ ਜਾ ਰਿਹਾ। ਕੋਈ ਇੱਦਾਂ ਦਾ ਜਿਹੜਾ ਮਤਲਬ ਜੋ ਇੱਕ ਸੋਲਿਡ ਡਿਸੀਜ਼ਨ ਲੈਣਾ ਚਾਹੀਦਾ ਸੀਗਾ, ਉਹ ਨਹੀਂ ਲਿੱਤਾ ਜਾ ਰਿਹਾ। ਦੂਜਾ, ਉਹਨਾਂ ਨੇ ਮੈਡਮ ਕਿਰਨ ਖੇਰ ਦੇ ਵੀ ਜਿਹੜੇ ਡਿਸੀਜ਼ਨ ਹੈ, ਮਤਲਬ ਕਿ ਇਸ ਟਾਈਮ ਉਹਨਾਂ ਨੇ ਕਿਹਾ ਵੀ ਗਵਰਨਰ ਨਾਲ ਉਹਨਾਂ ਦੇ ਰਿਲੇਸ਼ਨ ਬਹੁਤ ਅੱਛੇ ਨੇ, ਔਰ ਉਹ ਚੰਡੀਗੜ੍ਹ ਵਿੱਚ ਇੱਕ ਮਤਲਬ ਕਿ ਐਗਜ਼ਾਮਪਲ ਸੈੱਟ ਕਰ ਸਕਦੇ ਨੇ, ਇੱਕ ਅੱਛਾ ਚੰਡੀਗੜ੍ਹ ਵਿੱਚ ਇੱਕ ਧਾਰਾ ਬਣਾ ਸਕਦੇ ਨੇ, ਇੱਕ ਡਿਵੈਲਪਮੈਂਟ ਦੇ ਅੱਛੇ ਕੰਮ ਚਲਾ ਸਕਦੇ ਨੇ। ਤੀਜਾ, ਉਹਨਾਂ ਨੇ ਕਿਹਾ ਵੀ ਜਿਹੜੀ ਕਾਰਪੋਰੇਸ਼ਨ 'ਚ ਜਿਹੜਾ ਹੁਣ ਮਾਲੀ ਹਾਲਤ ਹੈ, ਉਸ ਦੇ ਲਈ ਅਧਿਕਾਰੀ ਅਤੇ ਪੋਲੀਟੀਸ਼ੀਅਨ ਔਰ ਕੇਂਦਰ ਸਰਕਾਰ ਤਿੰਨੋਂ ਜ਼ਿੰਮੇਵਾਰ ਨੇ, ਜਿਸ ਕਰਕੇ ਹੁਣ
ਇਹ ਹਾਲਤ ਹੋ ਗਈ ਹੈ ਕਾਰਪੋਰੇਸ਼ਨ ਦੇ ਕਿ ਉਹ ਆਪਣੇ ਕਰਮਚਾਰੀਆਂ ਦੀ ਸੈਲਰੀ ਦੇਣ ਲਈ ਵੀ ਉਹਨਾਂ ਕੋਲ ਪੈਸਾ ਨਹੀਂ ਹੈ ਔਰ ਲੋਨ ਲੈਣ ਦੇ ਬਾਰੇ ਉਹ ਵਿਚਾਰ ਕਰ ਰਹੀ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।